ਲੁਧਿਆਣੇ ਦੇ ਡਿਪਟੀ ਕਮਿਸ਼ਨਰ ਔਰ ਜ਼ਿਲ੍ਹਾ ਸਿੱਖਿਆ ਅਫਸਰ ਤਨਖਾਹ ਤਾਂ ਸਰਕਾਰਾਂ ਕੋਲੋਂ ਲੈਂਦੇ ਪਏ ਆ, ਲੇਕਿਨ ਨਮਕ ਹਲਾਲੀ ਉਹ ਕਰ ਰਹੇ ਨੇ ਪ੍ਰਾਈਵੇਟ ਸਕੂਲਾਂ ਦੇ। ਹੁਣ ਤਾਂ ਨਵੀਂ ਸਰਕਾਰ ਆ ਗਈ, ਹੁਣ ਕੋਈ ਹਿਲਜੁਲ ਹੋਈ ਹੈ? ਇਹ ਆਪ ਦਾ ਕਹਿਣਾ ਨਵੀਂ ਸਰਕਾਰ, ਇਹ ਸਭ ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਇਹ ਕਾਂਗਰਸ ਬੀਜੇਪੀ ਵਾਲੇ ਉਹ ਕਿਤੋਂ ਬਾਹਰੋਂ ਥੋੜੀ, ਇਹਨਾਂ ਪਾਰਟੀਆਂ ਚੋਂ ਤਾਂ ਇੰਪੋਰਟ ਕੀਤੇ ਨੇ ਇਹ ਬੰਦੇ। ਹੁਣ ਭਗਵੰਤ ਮਾਨ ਸੀਐਮ ਪੰਜਾਬ ਕਹਿੰਦੇ ਕਿ ਅਸੀਂ 3 ਮਹੀਨਿਆਂ ਤੱਕ ਇੱਕ ਸਿੱਖਿਆ ਨੀਤੀ ਲੈ ਕੇ ਆਵਾਂਗੇ। ਕੀ ਪਹਿਲਾਂ ਵੀ ਸਿੱਖਿਆ ਨੀਤੀਆਂ ਨੇ ਜਿਹੜੀਆਂ ਲਾਗੂ ਨਹੀਂ ਹੋ ਸਕੀਆਂ, ਜਾਂ ਇਹ ਸਿੱਖਿਆ ਨੀਤੀ ਬਣ ਹੀ ਨਹੀਂ ਸਕੀ? ਇਹ ਸਿੱਖਿਆ ਨੀਤੀ ਹੁਣ ਲੈ ਕੇ ਆਣਗੇ। ਪਿਛਲੇ 5 ਸਾਲ ਕੀ ਕਰਦੇ ਰਹੇ? ਸੀਐਮ ਸਾਹਿਬ ਨੇ 2 ਗੱਲਾਂ ਕਹੀਆਂ ਕਿ ਫੀਸਾਂ ਨਹੀਂ ਵਧਾਉਣੀਆਂ ਔਰ ਬੁੱਕਸ ਤੁਸੀਂ ਕਿਸੇ ਪਾਰਟੀਕੂਲਰ ਸ਼ਾਪ ਤੋਂ ਜਾਂ ਨਹੀਂ ਲੈਣੀ। ਇਹ ਕੋਈ ਨਵੀਂ ਚੀਜ਼ ਥੋੜੀ ਹੈ ਜਿਹੜੀ ਉਹਨਾਂ ਨੇ ਕਹੀ ਹੈ, ਇਹ ਤਾਂ ਆਲਰੇਡੀ ਲਾਅ ਦੇ ਵਿੱਚ ਐਸਟੈਬਲਿਸ਼ਡ ਆ। ਇਹ ਆਰਡਰ ਤਾਂ ਆਏ ਹੋਏ ਨੇ ਲਗਭਗ 2009 ਦੇ ਵਿੱਚ PIL ਫਾਈਲ ਹੋਈ ਸੀ। ਆਰਡਰ ਆਏ ਨੂੰ ਅੱਜ 7 ਸਾਲ ਹੋ ਗਏ, ਅੱਜ ਤੱਕ ਤਾਂ ਆਰਡਰ ਲਾਗੂ ਨਹੀਂ ਹੋਏ, ਕਿਉਂਕਿ ਕਿਸੇ ਵੀ ਸਰਕਾਰ ਨੇ ਸਾਫ਼ ਨੀਅਤ ਨਾਲ ਗੱਲ ਨਹੀਂ ਕੀਤੀ। ਜਿਹੜੀ NCERT ਦੀ ਬੁੱਕ ਇੱਕ 35 ਰੁਪਏ ਦੀ ਹੈ, ਪ੍ਰਾਈਵੇਟ ਪਬਲਿਸ਼ਰ ਉਹਨੂੰ 250 ਰੁਪਏ ਦੀ ਵੇਚਦਾ ਪਿਆ ਆ। ਫਿਰ ਉਹਦੇ ਨਾਲ ਬਲੈਕਮੇਲਿੰਗ ਕੀ ਹੁੰਦੀ ਹੈ ਪੇਰੈਂਟ ਦੇ ਨਾਲ, ਵੀ ਭਾਈ ਤੈਨੂੰ ਤਾਂ ਪੂਰਾ ਸੈੱਟ ਲੈਣਾ ਪੈਣਾ। ਗ੍ਰੀਨਲੈਂਡ ਸਕੂਲ ਆ, ਉਹ ਕਲੋਜ਼ਿੰਗ ਈਅਰ ਦੇ ਵਿੱਚ ਆਪਣੇ ਬੈਲੈਂਸ ਸ਼ੀਟ ਦੇ ਵਿੱਚ 22 ਕਰੋੜ ਰੁਪਈਆ ਕੈਸ਼ ਇਨ ਹੈਂਡ ਦਿਖਾ ਰਿਹਾ ਕਿ ਮੇਰੇ ਕੋਲੇ 22 ਕਰੋੜ ਕੈਸ਼ ਇਨ ਹੈਂਡ ਹੈ। ਤੇ ਜਦੋਂ ਪੇਰੈਂਟ ਉਹਦੇ ਕੋਲੇ ਜਾਂਦੇ ਨੇ, ਉਹ ਕਹਿੰਦਾ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਤਨਖਾਹ ਦੇਣ ਜੋਗੇ। ਚੰਨੀ ਸਾਹਿਬ ਨੇ ਥਾਂ ਤਾਂ ਪੋਸਟਰ ਲਾ ਤੇ ਸਮਾਰਟ ਸਕੂਲ ਬਣਾ ਰਹੇ ਆ। ਤੁਸੀਂ ਯਕੀਨ ਮੰਨੋ 81 ਸਕੂਲ ਤਾਂ ਇਹਨਾਂ ਨੇ ਨਵੇਂ ਖੋਲ੍ਹੇ ਆ, 165 ਬੰਦ ਹੋ ਗਏ। ਅੱਛਾ, ਮੇਰਾ ਸਵਾਲ ਹੈ ਇਸ ਦੇ ਵਿੱਚ ਹੀ, ਬਹੁਤ ਸਾਰੇ ਜਿਹੜੇ ਸਕੂਲਾਂ ਵਾਲੇ ਨੇ ਉਹ ਇਹ ਦਲੀਲ ਦੇ ਰਹੇ ਨੇ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੀ ਇੱਕ ਡਾਇਰੈਕਸ਼ਨ ਜਾਰੀ ਕੀਤੀ ਹੋਈ ਹੈ ਕਿ 8% ਤੱਕ ਫੀਸ ਵਧਾਈ ਜਾ ਸਕਦੀ ਹੈ। ਇਸ 'ਚ ਕੀ ਸੱਚਾਈ ਹੈਗੀ? ਮੰਨ ਲਓ ਸਕੂਲ ਘਾਟੇ 'ਚ ਜਾ ਰਿਹਾ, ਉਹਦੇ ਖਰਚੇ ਪੂਰੇ ਨਹੀਂ ਹੋ ਰਹੇ, ਉਹ 8% ਫੀਸ ਵਧਾ ਲਵੇ। ਲੇਕਿਨ ਜਿਹੜੇ ਸਕੂਲ ਪਹਿਲਾਂ ਹੀ ਸਾਲ ਦਾ 2-2 4-4 ਕਰੋੜ 10-10 ਕਰੋੜ ਕਮਾ ਰਹੇ ਨੇ, ਉਹ ਫੀਸ ਕਿਉਂ ਵਧਾਉਣਗੇ? ਐਨੂਅਲ ਫੀਸ ਨੂੰ ਲੈ ਕੇ ਕੋਈ ਗਾਈਡਲਾਈਨਸ, ਕੋਈ ਡਾਇਰੈਕਸ਼ਨਸ ਨੇ ਕਿ ਐਨੂਅਲ ਫੀਸ ਹਰ ਸਾਲ ਲਈ ਜਾ ਸਕਦੀ ਹੈ? ਮਾਨਯੋਗ ਅਦਾਲਤ ਦੇ ਵਿੱਚ ਖੜੋ ਕੇ ਪ੍ਰਾਈਵੇਟ ਸਕੂਲਾਂ ਦੇ ਵਕੀਲ ਨੇ ਖੁਦ ਇਹ ਗੱਲ ਕਹੀ ਆ ਕਿ ਅਸੀਂ ਐਡਮਿਸ਼ਨ ਫੀਸ ਇੱਕੋ ਵਾਰੀ ਚਾਰਜ ਕਰਦੇ ਹਾਂ। ਇਹਨਾਂ ਨੇ ਉਹ ਐਡਮਿਸ਼ਨ ਫੀਸ ਦਾ ਨਾਮ ਬਦਲ ਕੇ ਐਨੂਅਲ ਫੀਸ ਰੱਖ ਦਿੱਤਾ। ਮੈਂ ਇਹ ਜਾਣਨਾ ਚਾਹੁੰਦਾ, ਵਾਟ ਇਜ਼ ਦੀ ਟੈਕਨੀਕਲ ਡਿਫਰੈਂਸ ਬਿਟਵੀਨ ਦੀ ਐਨੂਅਲ ਚਾਰजेस ਐਂਡ ਦੀ ਐਡਮਿਸ਼ਨ ਫੀਸ? ਕੋਈ ਪ੍ਰੋਫਿਟ ਲੈਣ ਦੇ ਲਈ ਸੰਸਥਾਵਾਂ ਜਾਂ ਸਿੱਖਿਆ ਨੂੰ ਨਹੀਂ ਵਰਤਿਆ ਜਾ ਸਕਦਾ ਹੈਗਾ। ਸਿੱਖਿਆ ਦਾ ਵਪਾਰੀਕਰਨ ਕਹਿੰਦੇ ਕਿ ਸੰਵਿਧਾਨ ਦੇ ਵਿੱਚ ਵੀ ਹੈ, ਕਾਨੂੰਨ ਦੇ ਵਿੱਚ ਵੀ ਹੈ ਕਿ ਨਹੀਂ ਕੀਤਾ ਜਾ ਸਕਦਾ। ਸਕੂਲ ਟਰਸਟ ਮੁਤਾਬਕ ਹੀ ਚੱਲ ਸਕਦਾ। ਇਹ ਨਹੀਂ ਹੈਗਾ ਵੀ ਮੈਂ ਸਵੇਰੇ ਉੱਠੂੰਗਾ ਮੈਂ ਪ੍ਰਾਈਵੇਟ ਸਕੂਲ ਖੋਲ ਦੂੰਗਾ। ਟਰਸਟ ਬਣਦਾ, ਟਰਸਟ ਦੇ ਵਿੱਚ ਉਹ ਆਪਣੇ ਨੀਅਰ ਐਂਡ ਡੀਅਰ ਬੰਦਿਆਂ ਨੂੰ ਮੈਂਬਰ ਲੈ ਲੈਂਦੇ ਨੇ, ਉਹ ਜਿਹੜੇ ਕਿ ਸਿਰਫ ਚੁੱਪ ਕਰਕੇ ਅੱਖਾਂ ਬੰਦ ਕਰਕੇ ਸਾਈਨ ਕਰਨ ਵਾਲੇ ਨੇ। 2021 ਤੱਕ ਮੈਨੂੰ ਇਹਨਾਂ ਨੇ ਰਿਟਰਨ 'ਚ ਦਿੱਤਾ ਹੈ ਵੀ ਪਿਛਲੇ 12 ਸਾਲਾਂ ਦੇ ਵਿੱਚ ਇੱਕ ਵੀ ਬੱਚੇ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਦਿੱਤੀ ਹੀ ਨਹੀਂ ਗਈ। RTE ਐਕਟ ਇੱਕ ਸਫੇਦ ਹਾਥੀ ਬਣ ਕੇ ਰਹਿ ਗਿਆ। ਜਦੋਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਐਡਮਿਸ਼ਨ ਕਰਨੀ ਹੈ, ਬੱਚਾ ਤਾਂ ਫ੍ਰੀ ਪੜ੍ਹੇਗਾ, ਲੇਕਿਨ ਉਹਦੀ ਪੇਮੈਂਟ ਜਿਹੜੀ ਹੈ ਸਰਕਾਰ ਨੂੰ ਕਰਨੀ ਪਏਗੀ। ਸਰਕਾਰ ਪੈਸਾ ਖਰਚ ਕਰਨ ਦੇ ਮੂਡ 'ਚ ਹੀ ਹੈ ਨਹੀਂ, ਇਹ ਤਾਂ ਆਪਣੀਆਂ ਪੈਨਸ਼ਨਾਂ ਜਾਂ ਆਪਣੀਆਂ ਫੈਸਿਲਿਟੀਆਂ ਦੇ ਉੱਤੇ ਪੈਸੇ ਖਰਚ ਕਰਨ ਲੱਗੇ ਹੋਏ ਆ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਰਣਬੀਰ ਸਿੰਘ ਰਾਣਾ। ਸੀਐਮ ਭਗਵੰਤ ਮਾਨ ਦੇ ਵੱਲੋਂ ਨਿੱਜੀ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੋਈ ਵੀ ਸਕੂਲ 1 ਰੁਪਿਆ ਵੀ ਇਸ ਸਮੈਸਟਰ ਦੇ ਵਿੱਚ ਫੀਸ ਨਹੀਂ ਵਧਾ ਸਕੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਸਕੂਲ ਪੇਰੈਂਟਸ ਤੇ ਮਾਪਿਆਂ ਤੇ ਇਹ ਦਬਾਅ ਨਹੀਂ ਪਾ ਸਕੇਗਾ ਕਿ ਤੁਸੀਂ ਇੱਕ ਦੁਕਾਨ ਤੋਂ ਹੀ, ਇਸ ਖਾਸ ਦੁਕਾਨ ਤੋਂ ਹੀ ਯੂਨੀਫਾਰਮ ਲੈਣੀ ਹੈ ਜਾਂ ਇਸ ਖਾਸ ਦੁਕਾਨ ਤੋਂ ਹੀ ਬੁੱਕਸ ਲੈਣੀਆਂ ਨੇ। ਤਾਂ ਇਸ ਫੈਸਲੇ ਦਾ ਕਿੰਨਾ ਅਸਰ ਜਿਹੜਾ ਹੈ ਜ਼ਮੀਨੀ ਪੱਧਰ ਤੇ ਹੋ ਰਿਹਾ ਹੈ, ਕਿਸ ਤਰ੍ਹਾਂ ਦਾ ਇਹ ਫੈਸਲਾ ਹੈ, ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ RTI ਐਕਟਿਵਿਸਟ ਰੋਹਿਤ ਸੱਭਰਵਾਲ ਮੌਜੂਦ ਨੇ। ਰੋਹਿਤ ਸੱਭਰਵਾਲ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੀ ਲੜਾਈ ਲੜਦੇ ਆ ਰਹੇ ਨੇ, ਉਹਨਾਂ ਦੇ ਮਾਪਿਆਂ ਦੀ ਲੜਾਈ ਲੜਦੇ ਆ ਰਹੇ ਨੇ ਕਿ ਫੀਸਾਂ ਜਿਹੜੀਆਂ ਨੇ ਜ਼ਿਆਦਾ ਨੇ, ਨਿੱਜੀ ਸਕੂਲ ਕਿਵੇਂ ਲੁੱਟ ਕਰਦੇ ਨੇ, ਕਰੋਨਾ ਦੌਰਾਨ ਕਿਵੇਂ ਮਨਮਾਨੀਆਂ ਕੀਤੀਆਂ। ਤਾਂ ਸਾਡੇ ਨਾਲ ਨੇ ਰੋਹਿਤ ਸੱਭਰਵਾਲ, ਸਵਾਗਤ ਹੈ ਜੀ ਤੁਹਾਡਾ। ਨਮਸਕਾਰ ਜੀ। ਮੈਂ ਸਭ ਤੋਂ ਪਹਿਲਾਂ ਜਿਹੜੇ ਆਪਣੀ ਹੁਣੇ ਗੱਲ ਕੀਤੀ ਆ ਕਿ ਸੀਐਮ ਸਾਹਿਬ ਨੇ 2 ਗੱਲਾਂ ਕਹੀਆਂ ਕਿ ਫੀਸਾਂ ਨਹੀਂ ਵਧਾਉਣੀਆਂ ਔਰ ਬੁੱਕਸ ਤੁਸੀਂ ਕਿਸੇ ਪਾਰਟੀਕੂਲਰ ਸ਼ਾਪ ਤੋਂ ਜਾਂ ਨਹੀਂ ਲੈਣੀ। ਇਹ ਕੋਈ ਨਵੀਂ ਚੀਜ਼ ਥੋੜੀ ਹੈ ਜਿਹੜੀ ਉਹਨਾਂ ਨੇ ਕਹੀ ਹੈ, ਇਹ ਤਾਂ ਆਲਰੇਡੀ ਲਾਅ ਦੇ ਵਿੱਚ ਐਸਟੈਬਲਿਸ਼ਡ ਆ ਜੀ। ਇਹ ਚੀਜ਼ ਕੋਈ ਐਸੀ ਗੱਲ ਕਰਨ ਜਿਹੜੀ ਨਵੀਂ ਹੋਵੇ ਜੀ। ਨਵੀਆਂ ਗੱਲਾਂ ਬਹੁਤ ਸਾਰੀਆਂ ਨੇ, ਬਹੁਤ ਸਾਰੇ ਜਿਹੜੇ
ਲੂਪ ਹੋਲਸ ਨੇ ਜਿਹੜੇ ਪਲੱਗ ਇਨ ਹੋਣੇ ਜ਼ਰੂਰੀ। ਲੂਪ ਹੋਲਸ ਤੇ ਵੀ ਗੱਲ ਕਰਾਂਗੇ, ਪਰ ਸਬਰਵਾਲ ਸਾਹਿਬ ਇਹ ਵੀ ਵੱਡੀ ਸੀਗੀ ਕਿ ਜੇਕਰ ਇੱਕ ਪਾਰਟਿਕੂਲਰ ਦੁਕਾਨ ਹੈ ਜਾਂ ਇੱਕ ਯੂਨੀਫਾਰਮ ਦੀ ਇੱਕ ਦੁਕਾਨ ਹੈ ਤੇ ਉਹ ਐਡਰੈਸ ਦੇ ਦਿੰਦੇ ਨੇ ਕਿ ਇੱਥੋਂ ਹੀ ਲੈ ਲਓ, ਜਾਂ ਬਹੁਤੇ ਸਕੂਲ ਤਾਂ ਆਪਣੇ ਪ੍ਰਮਿਸਿਸ ਦੇ ਵਿੱਚ ਹੀ ਵੇਚੀ ਜਾਂਦੇ ਨੇ, ਅੰਦਰ ਬਣਾ ਕੇ ਵੇਚੀ ਜਾਂਦੇ ਨੇ, ਤੇ ਜੇ ਉਹ ਖਤਮ ਹੋਵੇ ਕੀ ਫਾਇਦਾ ਹੋ ਸਕਦਾ ਉਸ ਦੇ ਨਾਲ, ਜਾਂ ਖਤਮ ਹੋ ਵੀ ਸਕਦਾ ਕਿ ਨਹੀਂ? ਖਤਮ ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਰਡਰ ਨੇ ਜੀ, ਵੀ ਕਿਸੇ ਵੀ ਤਰੀਕੇ ਦੇ ਨਾਲ ਇਹ ਕਮਰਸ਼ੀਅਲਾਈਜੇਸ਼ਨ ਦੇ ਵਿੱਚ ਇੰਡਲਜ ਨਹੀਂ ਹੋ ਸਕਦੇ, ਪਹਿਲੀ ਗੱਲ। ਤੇ ਜੇ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਆਰਡਰਾਂ ਨੂੰ ਲਾਗੂ ਕਰੋ ਜੀ, ਇਹ ਆਰਡਰ ਤਾਂ ਆਏ ਹੋਏ ਨੇ ਲਗਭਗ 2009 ਦੇ ਵਿੱਚ PIL ਫਾਈਲ ਹੋਈ ਸੀ, ਆਰਡਰ ਆਏ ਨੂੰ ਅੱਜ 7 ਸਾਲ ਹੋ ਗਏ ਜੀ, ਅੱਜ ਤੱਕ ਤਾਂ ਆਰਡਰ ਲਾਗੂ ਨਹੀਂ ਹੋਏ ਕਿਉਂਕਿ ਕਿਸੇ ਵੀ ਸਰਕਾਰ ਨੇ ਸਾਫ਼ ਨੀਅਤ ਨਾਲ ਗੱਲ ਨਹੀਂ ਕੀਤੀ। ਕਿਹਨੇ ਕਰਾਉਣੇ ਸੀ ਆਰਡਰ ਲਾਗੂ? ਆਰਡਰ ਤਾਂ ਪੰਜਾਬ ਸਰਕਾਰ ਦੀ ਰਿਸਪੌਂਸਿਬਿਲਿਟੀ ਸੀਗੀ, ਪੰਜਾਬ ਸਰਕਾਰ ਨਾ ਵੀ ਕਰਦੀ, ਇਹਦੇ ਵਿੱਚ ਡਿਪਟੀ ਕਮਿਸ਼ਨਰ ਜਿਹੜਾ ਚੇਅਰਮੈਨ ਹੁੰਦਾ ਕਮੇਟੀ ਦਾ, ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਐਲੀਮੈਂਟਰੀ ਐਂਡ ਸੈਕੰਡਰੀ, ਇਹ ਇਹਦੇ ਮੈਂਬਰ ਹੁੰਦੇ ਨੇ ਕਮੇਟੀ ਦੇ। ਫਿਰ ਇਹਦੇ ਵਿੱਚ 2 members ਟੂ ਬੀ ਨੋਮੀਨੇਟਡ ਬਾਈ ਦੀ ਗਵਰਨਮੈਂਟ ਫਰੋਮ ਅਮੰਗ ਦਾ ਐਜੂਕੇਸ਼ਨਲ ਕੰਸਰਨ ਡਿਵੀਜ਼ਨ ਜਿਹੜੀ ਹੈਗੀ ਉਹਦੇ ਮੈਂਬਰ ਲੈਣੇ 2 ਜੀ। ਫਾਈਨਾਂਸ ਨਾਲ ਰਿਲੇਟਡ ਕੋਈ ਕਮੇਟੀਆਂ ਬਣੀਆਂ ਹੋਈਆਂ ਨੇ ਆਲਰੇਡੀ, ਤੁਹਾਡੇ ਧਿਆਨ 'ਚ ਹੈ ਇਸ ਗੱਲ ਦਾ? ਦੇਖੋ ਕਮੇਟੀਆਂ ਬਣੀਆਂ ਹੋਈਆਂ ਨੇ, ਮੰਨ ਲਓ ਕੋਈ ਸਕੂਲ ਆਰਬਿਟਰੀ ਤਰੀਕੇ ਦੇ ਨਾਲ ਫੀਸ ਵਧਾਉਂਦਾ ਤਾਂ ਪੇਰੈਂਟਸ ਨੂੰ ਲੀਗਲ ਮੈਥਡ ਅਡਾਪਟ ਕਰਨਾ ਚਾਹੀਦਾ ਵੀ ਇਹ ਉਸ ਕਮੇਟੀ ਦੇ ਕੋਲੇ ਰਿਟਨ ਕੰਪਲੇਂਟ ਕਰਨ। ਪਹਿਲੀ ਗੱਲ ਤਾਂ ਜਦੋਂ ਫੀਸ ਵਧਾਣਗੇ ਤਾਂ ਉਹਨਾਂ ਨੂੰ ਜਿਹੜੀ ਇਹ ਰੈਗੂਲਰਿਟੀ ਕਮੇਟੀ ਬਣਾਈ ਹੋਈ ਹੈ ਸਰਕਾਰ ਨੇ, ਮਤਲਬ ਇਹ ਵਾਇਆ ਡੈਜ਼ਿਗਨੇਸ਼ਨ ਬਣਾਈ ਹੋਈ ਆ, DC ਚਾਹੇ ਜਿਹੜਾ ਵੀ ਮਰਜ਼ੀ ਰਵੇ, ਬਾਈ ਚੇਅਰ ਹੀ ਇਜ਼ ਮੈਂਬਰ, ਤੇ ਉਹਦੇ ਵਿੱਚ ਪੇਰੈਂਟਸ ਨੂੰ ਚਾਹੀਦਾ ਵੀ ਜਾ ਕੇ ਰਿਟਨ ਕੰਪਲੇਂਟ ਫਾਈਲ ਕਰਨ ਵੀ ਇਹ ਸਕੂਲਾਂ ਨੇ ਫੀਸ ਵਧਾਈ ਆ। ਲੇਕਿਨ ਫੀਸ ਵਧਾਉਣ ਦੇ ਲਈ ਸਰਕਮਸਟੈਂਸਿਸ ਸਭ ਤੋਂ ਪਹਿਲਾਂ ਦੇਖਣੇ ਪੈਣ। ਅੱਛਾ, ਮੇਰਾ ਸਵਾਲ ਹੈ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਕੂਲਾਂ ਵਾਲੇ ਨੇ ਉਹ ਇਹ ਦਲੀਲ ਦੇ ਰਹੇ ਨੇ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੀ ਇੱਕ ਡਾਇਰੈਕਸ਼ਨ ਜਾਰੀ ਕੀਤੀ ਹੋਈ ਹੈ ਕਿ 8% ਤੱਕ ਫੀਸ ਵਧਾਈ ਜਾ ਸਕਦੀ ਹੈ, ਇਸ 'ਚ ਕੀ ਸੱਚਾਈ ਹੈਗੀ ਹੈ? 8% ਤੱਕ ਫੀਸ ਵਧਾਈ ਜਾ ਸਕਦੀ ਹੈ, ਲੇਕਿਨ ਸਬਜੈਕਟ ਟੂ ਪ੍ਰੋਫਿਟਾਈਜੇਸ਼ਨ ਦੇ ਵਿੱਚ ਇੰਡਲਜ ਨਹੀਂ ਹੋਣਾ। ਮੰਨ ਲਓ ਸਕੂਲ ਘਾਟੇ 'ਚ ਜਾ ਰਿਹਾ, ਉਹਦੇ ਖਰਚੇ ਪੂਰੇ ਨਹੀਂ ਹੋ ਰਹੇ, ਉਹ 8% ਫੀਸ ਵਧਾ ਲਵੇ। ਲੇਕਿਨ ਜਿਹੜੇ ਸਕੂਲ ਪਹਿਲਾਂ ਹੀ ਸਾਲ ਦਾ 2-2 4-4 ਕਰੋੜ 10-10 ਕਰੋੜ ਕਮਾ ਰਹੇ ਨੇ, ਉਹ ਫੀਸ ਕਿਉਂ ਵਧਾਉਣਗੇ? ਰਾਦਰ ਉਹਨਾਂ ਨੂੰ ਤਾਂ ਫੀਸਾਂ ਨੇ ਉਹ ਘਟਾਉਣੀਆਂ ਚਾਹੀਦੀਆਂ ਨੇ। ਬੀਤੇ ਦਿਨੀ ਮਤਲਬ ਕੁਝ ਮਹੀਨੇ ਪਹਿਲਾਂ ਹੀ ਮੈਂ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚ 12 ਸਕੂਲਾਂ ਦੀ ਮੈਂ ਬੈਲੈਂਸ ਸ਼ੀਟਾਂ ਨਿਕਲਵਾਈਆਂ ਜੀ। ਉਹਨਾਂ 12 ਸਕੂਲਾਂ ਦੇ ਵਿੱਚ ਮੈਂ ਸਾਬਤ ਕਰ ਦਿੱਤਾ ਵੀ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਪ੍ਰੋਫਿਟ 3 ਸਾਲਾਂ ਦੇ ਵਿੱਚ ਇਹਨਾਂ 12 ਸਕੂਲਾਂ ਨੇ ਲਿੱਤਾ। 3 ਸਾਲ ਦੇ ਵਿੱਚ 100 ਕਰੋੜ ਤੋਂ ਜ਼ਿਆਦਾ ਪ੍ਰੋਫਿਟ ਖਰਚੇ ਕੱਢ ਕੇ। ਹਾਂਜੀ, ਇਹ ਨੈਟ ਜਿਹੜਾ ਉਹਨਾਂ ਨੇ ਪ੍ਰੋਫਿਟ ਕੱਢਿਆ ਆ, ਉਹਦੇ ਵਿੱਚ ਬੈਲੈਂਸ ਸ਼ੀਟ ਦੱਸ ਰਹੀ ਹੈ, ਬੈਲੈਂਸ ਸ਼ੀਟ ਦੱਸ ਔਨ ਰਿਕਾਰਡ ਹੈ ਗੱਲ ਇਹ। ਬੈਲੈਂਸ ਸ਼ੀਟ ਜਿਹੜੀ ਕਿ ਇਹਨਾਂ ਨੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਕੋਲੇ ਫਾਈਲ ਕੀਤੀ ਹੈ ਜਾਂ CBSE ਕੋਲੇ ਫਾਈਲ ਕੀਤੀ। ਉਹ ਸਕੂਲ ਤਾਂ ਫਿਰ ਬਿਲਕੁਲ ਨਹੀਂ ਫੀਸ ਵਧਾ ਸਕਦੇ ਹੈਗੇ? ਬਿਲਕੁਲ ਨਹੀਂ ਵਧਾ ਸਕਦੇ ਜੀ, ਜਿਵੇਂ ਸਤਪਾਲ ਮਿੱਤਲ ਹੈ, DAV ਹੈ, ਗ੍ਰੀਨਲੈਂਡ ਦੇ 5 ਸਕੂਲ ਨੇ, ਤੋ ਇਸ ਤਰ੍ਹਾਂ ਦੇ ਤਕਰੀਬਨ 10-12 ਸਕੂਲ ਸੀਗੇ। ਅੱਛਾ, ਇੱਕ ਥੋੜਾ ਜਿਹਾ ਤੁਸੀਂ ਹੋਰ ਕਲੀਅਰ ਕਰ ਦਿਓ ਕਿ ਐਨੂਅਲ ਫੀਸ ਨੂੰ ਲੈ ਕੇ ਕੋਈ ਗਾਈਡਲਾਈਨਸ, ਕੋਈ ਡਾਇਰੈਕਸ਼ਨਸ ਨੇ ਕਿ ਐਨੂਅਲ ਫੀਸ ਹਰ ਸਾਲ ਲਈ ਜਾ ਸਕਦੀ ਹੈ? ਕਈ ਵਾਰ ਹੁੰਦਾ ਕੀ ਹੈ ਕਿ ਲਿਖਿਆ ਐਨੂਅਲ ਫੀਸ ਦੀ ਜਗ੍ਹਾ ਕੋਈ ਹੋਰ ਹੁੰਦਾ, ਕੁਝ ਹੋਰ ਫੰਡਸ ਕਹਿ ਦਿੱਤੇ ਜਾਂਦੇ ਨੇ ਕਿ ਅਸੀਂ ਤਾਂ ਇਹ ਲੈ ਰਹੇ ਹਾਂ, ਪਰ ਸਾਲਾਨਾ ਫੀਸ ਲਈ ਜ਼ਰੂਰ ਜਾ ਰਹੀ ਹੈ ਸਕੂਲਾਂ ਵੱਲੋਂ। ਸਰ ਇਸ ਤਰ੍ਹਾਂ ਹੈਗਾ ਕਿ ਮਾਨਯੋਗ ਅਦਾਲਤ ਦੇ ਵਿੱਚ ਖੜੋ ਕੇ ਇਨ ਪ੍ਰਾਈਵੇਟ ਸਕੂਲਾਂ ਦੇ ਵਕੀਲ ਨੇ ਖੁਦ ਇਹ ਗੱਲ ਕਹੀ ਆ ਕਿ ਅਸੀਂ ਐਡਮਿਸ਼ਨ ਫੀਸ ਇੱਕੋ ਵਾਰੀ ਚਾਰਜ ਕਰਦੇ ਹਾਂ, ਔਰ ਉਦੋਂ ਚਾਰਜ ਕਰਦੇ ਹਾਂ ਜਦੋਂ ਬੱਚਾ ਸਾਡੇ ਸਕੂਲ ਦੇ ਵਿੱਚ ਐਡਮਿਸ਼ਨ ਲੈਂਦਾ। ਅਸੀਂ ਹਰ ਸਾਲ ਉਹਨਾਂ ਕੋਲੋਂ ਐਡਮਿਸ਼ਨ ਫੀਸ ਚਾਰਜ ਨਹੀਂ ਕਰਦੇ ਜੀ। ਤਾਂ ਹੁਣ ਇਹਨਾਂ ਨੇ ਉਹ ਐਡਮਿਸ਼ਨ ਫੀਸ ਦਾ ਨਾਮ ਬਦਲ ਕੇ ਐਨੂਅਲ ਫੀਸ ਰੱਖ ਦਿੱਤਾ। ਮੈਂ ਇਹ ਜਾਣਨਾ ਚਾਹੁੰਦਾ ਵਾਟ ਇਜ਼ ਦੀ ਟੈਕਨੀਕਲ ਡਿਫਰੈਂਸ ਬਿਟਵੀਨ ਦੀ ਐਨੂਅਲ ਚਾਰजेस ਐਂਡ ਦੀ ਐਡਮਿਸ਼ਨ ਫੀਸ। ਕਿਉਂਕਿ ਕੋਈ ਵੀ ਤੁਸੀਂ ਸ਼ਬਦ ਲੈ ਲਓ, ਤੁਸੀਂ ਜਦੋਂ ਉਹਦੀ ਡਿਕਸ਼ਨਰੀ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਉਹਦੇ 50 ਅਲੱਗ-ਅਲੱਗ ਨਾਮ ਮਿਲ ਜਾਣਗੇ। ਮਤਲਬ ਐਡਮਿਸ਼ਨ ਫੀਸ ਕਹਿੰਦੇ ਨਹੀਂ ਲੈਂਦੇ ਪਰ ਐਨੂਅਲ ਫੀਸ ਅਸੀਂ ਲੈ। ਮੰਨ ਲਓ ਹੁਣ ਅਸੀਂ ਕੋਰਟ ਚਲੇ ਗਏ, ਅਸੀਂ ਐਨੂਅਲ ਚਾਰजेस ਵੀ ਬੰਦ ਕਰਾਤੇ, ਇਹ ਕੀ ਕਰਨਗੇ? ਉਹਦਾ ਹੀ ਕੋਈ ਹੋਰ ਸਿਨੋਨਿਮਸ ਚੱਕ ਲੈਣਗੇ। ਤਾਂ ਇਹ ਥੋੜੀ ਮਤਲਬ ਉਦੋਂ ਬਿਲਡਿੰਗ ਫੰਡ ਦੇ ਨਾਮ ਤੇ ਉਹਨੂੰ ਕਿਸੇ ਹੋਰ ਫੰਡ ਦੇ ਨਾਮ, ਹਾਂ ਮਤਲਬ ਉਹ ਬਿਲਡਿੰਗ ਫੰਡ ਦਾ ਇੱਕ ਅਲੱਗ ਹੈਡ ਹੁੰਦਾ। ਇਹ ਗੱਲ ਕਰ ਰਹੇ ਆਪਾਂ ਐਡਮਿਸ਼ਨ ਫੀਸ ਦੀ, ਜਿਹੜੀ ਕਿ ਇਹਨਾਂ ਨੇ ਆਪ ਹੀ ਮੰਨਿਆ ਵੀ ਅਸੀਂ ਹਰ ਸਾਲ ਚਾਰਜ ਨਹੀਂ ਕਰ ਸਕਦੇ। ਕੱਲ ਨੂੰ ਫਿਰ ਨਾਮ ਬਦਲ ਕੇ ਕੁਝ ਹੋਰ ਰੱਖ ਦੇਣਗੇ ਕਿ ਅਸੀਂ ਕੋਰਟ ਕੋਲੇ ਫਿਰ ਜਾਵਾਂਗੇ। ਜਦੋਂ ਇਹਨਾਂ ਦਾ ਮਤਲਬ ਇੱਕ ਹੈ, ਉਹਦੀ ਸਪਿਰਿਟ ਇੱਕ ਹੈ ਵੀ ਐਨੂਅਲ ਚਾਰजेस ਐਂਡ ਦੀ ਐਡਮਿਸ਼ਨ ਚਾਰजेस ਵਨ ਐਂਡ ਦੀ ਸੇਮ ਥਿੰਗ, ਇਹ ਹਰ ਸਾਲ ਚਾਰਜ ਨਹੀਂ ਕੀਤੇ ਕਰ ਸਕਦੇ ਜਿਹੜੀ ਹੈ। ਅੱਛਾ, ਇਹਦੇ ਵਿੱਚ ਹੁਣ ਜਿਹੜਾ ਕੱਲ ਫੈਸਲਾ ਹੋਇਆ ਭਗਵੰਤ ਮਾਨ ਜੀ ਵੱਲੋਂ ਹੋਇਆ, ਇਹ ਫੈਸਲਾ ਲਾਗੂ ਕਿਵੇਂ ਹੋ ਸਕਦਾ ਹੈ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਿਪਟੀ ਕਮਿਸ਼ਨਰ ਆਪਣੇ ਲੈਵਲ ਤੇ ਪਹਿਲਾਂ ਵੀ ਇਹ ਫੈਸਲਾ ਸੀ, ਲਾਗੂ ਨਹੀਂ ਹੋਇਆ ਸਰਕਾਰਾਂ ਨੇ, ਕਿਵੇਂ ਹੋਵੇ ਹੁਣ ਇਹ? ਦੇਖੋ, ਲਾਗੂ ਕਰਨ ਦੇ ਵਿੱਚ ਪੇਰੈਂਟਸ ਕੰਪਲੇਂਟ ਕਰਨਗੇ।
ਪਹਿਲਾਂ ਉਹਨਾਂ ਨੂੰ ਦੱਸਣਾ ਪਏਗਾ ਆਪਣੀ ਬੈਲੈਂਸ ਸ਼ੀਟ ਨਸ਼ਰ ਕਰਕੇ ਕਿ ਅਸੀਂ ਪ੍ਰੋਫਿਟ ਦੇ ਵਿੱਚ ਨਹੀਂ ਹੈਗੇ, ਸਾਡੇ ਖਰਚੇ ਨਹੀਂ ਪੂਰੇ ਹੋ ਰਹੇ, ਅਸੀਂ ਇਸ ਕਰਕੇ ਫੀਸ ਵਧਾ ਰਹੇ ਹਾਂ। ਇਹਨਾਂ ਨੂੰ ਜਿਹੜੀ ਫੀਸ ਕਮੇਟੀ ਹੈ ਉਹਦੇ ਕੋਲ ਇਹ ਗੱਲ ਪ੍ਰੂਫ ਕਰਨੀ ਪਏ। ਬਹੁਤ ਸਾਰੇ ਪੇਰੈਂਟਸ ਨੂੰ ਤਾਂ ਇਹੀ ਨਹੀਂ ਪਤਾ ਕਿ ਅਸੀਂ ਸ਼ਿਕਾਇਤ ਕਿੱਥੇ ਕਰਨੀ ਹੈ, ਕਿ ਕੋਈ ਨੋਟਿਸ ਬੋਰਡ ਸਕੂਲ ਦੇ ਵਿੱਚ ਲੱਗਿਆ ਹੋਣਾ ਜ਼ਰੂਰੀ ਹੁੰਦਾ ਕਿ ਜੇ ਕਿਸੇ ਨੂੰ ਇਤਰਾਜ਼ ਹੈਗਾ ਤਾਂ ਉਹ ਇਹ ਕਮੇਟੀ ਕੋਲੇ, ਫਲਾਂ ਕਮੇਟੀ ਕੋਲੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ। ਦੇਖੋ ਇਸ ਤਰ੍ਹਾਂ ਦੀ ਅਥਾਰਟੀ ਦਾ ਕੋਈ ਨਾਮ ਤਾਂ ਨਹੀਂ ਹੁੰਦਾ, ਲੇਕਿਨ ਇਹਨਾਂ ਨੇ ਜੋ ਫੀਸ ਦੇ ਰਿਗਾਰਡਿੰਗ ਸਾਰਾ ਕੁਝ ਡਿਟੇਲਸ ਨੇ ਉਹ ਇਹਨਾਂ ਨੇ ਆਪਣੇ ਨੋਟਿਸ ਬੋਰਡ ਦੇ ਉੱਤੇ ਜ਼ਰੂਰ ਲਗਾਉਣੀਆਂ ਹੁੰਦੀਆਂ ਪ੍ਰਾਈਵੇਟ ਸਕੂਲਾਂ ਨੇ। ਦੇਖੋ ਕੰਪਲੇਂਟ ਕਿਹਨੂੰ ਕਰ ਸਕਦੇ ਹੋ? ਕੰਪਲੇਂਟ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਕਰੋ, ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਰੋ, ਔਰ ਉਸ ਕੰਪਲੇਂਟ ਦਾ ਉਤਾਰਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਚੀਫ ਸੈਕਟਰੀ ਸਾਹਿਬ ਨੇ, ਸੈਕਟਰੀ ਐਜੂਕੇਸ਼ਨ ਨੇ, ਡਾਇਰੈਕਟਰ ਐਜੂਕੇਸ਼ਨ ਨੇ, ਉਹਨਾਂ ਨੂੰ ਤੁਸੀਂ ਉਤਾਰਾ ਭੇਜੋ। ਡਿਪਟੀ ਕਮਿਸ਼ਨਰ ਦੀ ਔਰ ਉਸ ਟੀਮ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਉਹਨਾਂ ਨੇ ਵਿਦਿਨ ਟਾਈਮ ਬਾਉਂਡ ਇਨਕੁਆਇਰੀ ਪੂਰੀ ਕਰਕੇ ਉਹਨੂੰ ਖਤਮ ਕਰਨਾ। ਪਿਛਲੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਅਚਨਚੇਤ ਚੈਕਿੰਗ ਹੋਈ ਹੈ, ਜਿਹੜੇ ਤੁਸੀਂ ਕਿਹਾ ਵੀ ਇਸ ਕਮੇਟੀ ਦੇ ਚੇਅਰਮੈਨ ਨੇ ਡਿਪਟੀ ਕਮਿਸ਼ਨਰ ਸਾਹਿਬ, ਕਿਸੇ ਜ਼ਿਲ੍ਹੇ 'ਚ ਵੀ, ਲੁਧਿਆਣਾ ਜ਼ਿਲ੍ਹੇ 'ਚ ਵੀ ਜਾਂ ਹੋਰ ਜ਼ਿਲ੍ਹਿਆਂ 'ਚ ਵੀ? ਦੇਖੋ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਔਰ ਜ਼ਿਲ੍ਹਾ ਸਿੱਖਿਆ ਅਫਸਰ ਤਨਖਾਹ ਤਾਂ ਸਰਕਾਰਾਂ ਕੋਲੋਂ ਲੈਂਦੇ ਪਏ ਆ, ਲੇਕਿਨ ਨਮਕ ਹਲਾਲੀ ਉਹ ਕਰ ਰਹੇ ਨੇ ਪ੍ਰਾਈਵੇਟ ਸਕੂਲਾਂ ਦੇ ਨਾਲ। ਕਿਵੇਂ ਕਹਿ ਸਕਦੇ ਹੋ ਤੁਸੀਂ? ਬਿਲਕੁਲ ਕਿਉਂ ਨਹੀਂ ਕਹਿ ਸਕਦਾ। 8 ਦੇ ਕਰੀਬ ਸੈਪਰੇਟ ਮੈਟਰ ਦੀਆਂ ਕੰਪਲੇਂਟਾਂ ਮੈਂ ਕੀਤੀਆਂ ਹੋਈਆਂ, ਵਿਦ ਐਵੀਡੈਂਸ ਕੀਤੀਆਂ, ਔਰ ਇੱਕ ਕੰਪਲੇਂਟ ਦੇ 4-4 5-5 ਰਿਮਾਈਂਡਰ ਦਿੱਤੇ ਨੇ। 50 ਦੇ ਕਰੀਬ ਮੈਨੂੰ ਚਿੱਠੀਆਂ ਆ ਚੁੱਕੀਆਂ ਨੇ, ਠੀਕ ਆ ਪਈਆਂ ਨੇ। ਤਾਂ ਇੱਕ ਕੰਪਲੇਂਟ ਜਦੋਂ ਕੀਤੀ ਜਾਂਦੀ ਹੈ ਤਾਂ ਆਫੀਸਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਓਨੈਸਟਲੀ ਡਿਊਟੀ ਡਿਸਚਾਰਜ ਕਰਦੇ ਹੋਏ ਕਿ ਉਹ ਇੱਕ ਰੀਜ਼ਨੇਬਲ ਪੀਰੀਅਡ ਦੇ ਵਿੱਚ ਉਸ ਕੰਪਲੇਂਟ ਨੂੰ ਡਿਸਾਈਡ ਕਰ ਦੇਵੇ। ਜੇ ਤੁਸੀਂ 2-2 ਸਾਲ ਕੰਪਲੇਂਟਾਂ ਹੀ ਨਹੀਂ ਫਾਈਨਲ ਕਰ ਰਹੇ, ਉਹਨਾਂ ਦੇ ਉੱਤੇ ਕੋਈ ਐਕਸ਼ਨ ਹੀ ਨਹੀਂ ਲੈ ਰਹੇ, ਫਿਰ ਹੋਰ ਮਿਲੀ ਭੁਗਤ ਕਿੱਦਾਂ ਹੁੰਦੀ ਹੈ ਰਾਣਾ ਜੀ ਦੱਸੋ? ਹੁਣ ਤਾਂ ਨਵੀਂ ਸਰਕਾਰ ਆ ਗਈ, ਹੁਣ ਕੋਈ ਹਿਲਜੁਲ ਹੋਈ ਹੈ? ਇਹ ਆਪ ਦਾ ਕਹਿਣਾ ਨਵੀਂ ਸਰਕਾਰ, ਤੁਸੀਂ ਆਪ ਇਹ ਗੱਲ ਕਹਿ ਰਹੇ ਹੋ ਨਵੀਂ ਸਰਕਾਰ। ਇਹਨਾਂ ਨੂੰ ਮੈਂਡੇਟ ਤਾਂ 5 ਸਾਲ ਪਹਿਲਾਂ ਮਿਲ ਗਿਆ ਸੀਗਾ, ਇਹਨਾਂ ਦਾ ਲੀਡਰ ਆਫ ਆਪੋਜੀਸ਼ਨ ਪਹਿਲਾਂ ਵੀ ਸੀਗਾ। ਉਹ ਜਿਹੜੇ 2017 ਤੋਂ ਲੈ ਕੇ 2022 ਤੱਕ ਇਹਨਾਂ ਦੇ ਆਮ ਆਦਮੀ ਪਾਰਟੀ ਦੇ MLA ਸਾਹਿਬਾਨ ਰਹੇ ਨੇ, ਕਿਸੇ ਇੱਕ MLA ਸਾਹਿਬਾਨ ਨੇ ਕਦੇ ਕਿਸੇ ਪ੍ਰਾਈਵੇਟ ਸਕੂਲ ਦੇ ਖਿਲਾਫ ਸਟੇਟਮੈਂਟ ਦਿੱਤੀ ਹੈ? ਉਹ ਕਹਿੰਦੇ ਸਾਡੇ ਕੋਲ ਉਦੋਂ ਤਾਂ ਪਾਵਰ ਨਹੀਂ ਸੀ ਨਾ ਹੈਗੀ, ਹੁਣ ਤਾਂ ਪਾਵਰ ਹੈ ਸਾਡੇ ਕੋਲੇ, ਹੁਣ ਤਾਂ ਕਰ ਸਕਦੇ ਨੇ। ਸਰ ਗੱਲ ਪਾਵਰ ਹੋਣ ਦੀ ਜਾਂ ਨਾ ਹੋਣ ਦੀ ਨਹੀਂ। ਕੀ ਤੁਸੀਂ ਵਿਧਾਨ ਸਭਾ ਦੇ ਵਿੱਚ ਖੜ ਕੇ ਇੱਕ ਵਾਰੀ ਵੀ ਬੋਲਿਆ ਸਕੂਲਾਂ ਦੇ ਖਿਲਾਫ? ਤੁਸੀਂ ਡਿਮਾਂਡ ਰੇਜ਼ ਕੀਤੀ, ਅਸੀਂ ਘਰੇ ਜਾਂਦੇ, ਅਸੀਂ ਰੋਟੀ ਮੰਗਦੇ ਆ ਤੇ ਸਾਨੂੰ ਪਲੇਟ ਦੇ ਵਿੱਚ ਰੋਟੀ ਆਉਂਦੀ ਆ। ਤੁਸੀਂ ਕੀ ਉਦੋਂ ਦੀ ਮੌਜੂਦਾ ਸਰਕਾਰ ਦੇ ਕੋਲੇ ਆਪਣਾ ਵਿਰੋਧ ਦਰਜ ਕਰਵਾਇਆ ਪ੍ਰਾਈਵੇਟ ਸਕੂਲਾਂ ਦੇ ਖਿਲਾਫ? ਕੀ ਕਾਰਨ ਕੀ ਲੱਗਦਾ ਫਿਰ ਜੇ ਨਹੀਂ ਕਰਵਾਇਆ? ਇਹ ਸਭ ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਇਹ ਕਾਂਗਰਸ BJP ਵਾਲੇ ਉਹ ਕਿਤੋਂ ਬਾਹਰੋਂ ਥੋੜੀ, ਇਹਨਾਂ ਪਾਰਟੀਆਂ ਚੋਂ ਤਾਂ ਇੰਪੋਰਟ ਕੀਤੇ ਨੇ ਇਹ ਬੰਦੇ। ਮੇਰੀ ਇੱਕ ਗੱਲ ਸੁਣੋ, ਪਰ ਉਹ ਕਹਿੰਦੇ ਹੁਣ ਇਮਾਨਦਾਰੀ ਨਾਲ ਕੰਮ ਕਰਨਾ ਹੈ, ਇਸ ਤਰ੍ਹਾਂ ਹੁਣ ਤੁਸੀਂ ਕਹਿ ਸਕਦੇ ਹੋ, ਕਿਉਂਕਿ ਹਾਲੇ ਥੋੜਾ ਸਮਾਂ ਵੀ ਲੱਗਦਾ ਕਿ ਸਰਕਾਰ ਨੂੰ ਦੇਣਾ ਤਾਂ ਚਾਹੀਦਾ। ਰਾਣਾ ਜੀ ਸਮਾਂ ਪਿਛਲਾ 5 ਸਾਲ ਕੀ ਕੀਤਾ ਮੈਨੂੰ ਤੁਸੀਂ ਦੱਸੋ। ਵੀ ਚਲੋ ਇਹ ਕਾਂਗਰਸ ਸਰਕਾਰ ਤਾਂ ਬਿਲਕੁਲ ਹੀ ਨੇਰੀ ਬੰਨੀ ਹੋਈ ਸੀ, ਤਾਂ ਵਾਈ ਦੇ MLA ਜਿਹੜੇ ਉਦੋਂ ਦੇ ਸੀਗੇ ਉਹਨਾਂ ਨੇ ਕਿਉਂ ਨਹੀਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਬੋਲੇ? ਇੱਕ MLA ਇੱਕ DO ਲੈਟਰ ਲਿਖਦਾ ਮੁੱਖ ਮੰਤਰੀ ਨੂੰ ਕਿ ਜੀ ਆਹ ਸਕੂਲ ਦੇ ਵਿੱਚ ਇਦਾਂ ਕਰਕੇ ਆਹ ਸਕੂਲਾਂ ਵਾਲੇ ਇਦਾਂ ਕਰਦੇ ਪਏ ਆ, ਤੇ ਤੁਹਾਨੂੰ ਕੀ ਲੱਗਦਾ ਕਾਰਵਾਈ ਨਾ ਹੁੰਦੀ DO ਲੈਟਰ ਦੇ ਉੱਤੇ? ਉਹ ਉਸ DO ਲੈਟਰ ਦੇ ਆਧਾਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੀ ਸਪੀਚ ਦਿੰਦਾ ਵੀ ਪ੍ਰਾਈਵੇਟ ਸਕੂਲਾਂ ਵਾਲੇ ਆਹ ਕਰਦੇ ਪਏ ਨੇ। ਉਹ ਸਾਰੇ ਮਿੰਟਸ ਜਿਹੜੇ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦੇ ਵਿੱਚ ਰਿਕਾਰਡ ਹੁੰਦੇ, ਸਰਕਾਰ ਨੂੰ ਮਜਬੂਰ ਹੋਣਾ ਪੈਂਦਾ ਜਵਾਬ ਦੇਣ ਦੇ ਲਈ। ਤੇ ਇਹ ਸਭ ਗੱਲਾਂ ਮੈਂ ਨਹੀਂ ਸਮਝਦਾ। ਅਗਰਵਾਲ ਸਾਹਿਬ ਚਲੋ ਪਾਸਟ ਹੋ ਗਿਆ ਉਹ, ਤੁਸੀਂ ਹੁਣ ਮੌਜੂਦਾ ਮੁੱਖ ਮੰਤਰੀ ਨੂੰ, ਮੌਜੂਦਾ ਸਿੱਖਿਆ ਮੰਤਰੀ ਨੂੰ ਹੁਣ ਕੋਈ ਚਿੱਠੀ ਲਿਖੀ ਜਿਸ ਤੇ ਕੋਈ ਕਾਰਵਾਈ ਨਾ ਹੋਈ ਹੋਵੇ, ਉਹ ਦੱਸੋ। ਮੈਂ 2 ਚਿੱਠੀਆਂ ਲਿਖੀਆਂ ਜੀ ਉਹਨਾਂ ਨੂੰ। ਪਹਿਲੀ ਗੱਲ ਤਾਂ ਜਿਹੜਾ 100 ਕਰੋੜ ਰੁਪਈਆ 12-13 ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਪ੍ਰੋਫਿਟ ਕਮਾਇਆ, ਤਾਂ ਮੈਂ ਉਹਨਾਂ ਨੂੰ ਰਿਕੁਐਸਟ ਇਹ ਕੀਤੀ ਹੈ, ਪਹਿਲਾਂ ਚਿੱਠੀ ਗਈ ਹੋਈ ਆ, ਮੈਂ ਦੁਬਾਰਾ ਰੀਪ੍ਰੈਜ਼ੈਂਟੇਸ਼ਨ ਦਿੱਤੀ ਹੈ ਵੀ ਤੁਸੀਂ ਇਹ 100 ਕਰੋੜ ਰੁਪਈਆ ਜਾਂ ਤਾਂ ਰਿਫੰਡ ਕਰੋ, ਜਾਂ ਤੁਸੀਂ ਇਸ ਤਰ੍ਹਾਂ ਦਾ ਮੈਕੈਨਿਜ਼ਮ ਅਡਾਪਟ ਕਰੋ ਵੀ ਇਹ 3 ਸਾਲ ਜਾਂ 4 ਸਾਲ ਸਕੂਲ ਬੱਚਿਆਂ ਤੋਂ ਫੀਸਾਂ ਨਹੀਂ ਲੈਣਗੇ, ਕਿਉਂਕਿ ਦੇ ਹੈਵ ਆਲਰੇਡੀ ਸਰਪਲਸ ਫੰਡ। ਉਹਨਾਂ ਕੋਲੇ ਪੈਸਾ ਪਹਿਲਾਂ ਹੀ ਬਹੁਤ ਤਾਦਾਦ 'ਚ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਲੁਧਿਆਣੇ ਦਾ ਕਨਵੈਂਟ ਸਕੂਲ ਆ ਸਰਾਭਾ ਨਗਰ ਦਾ, ਉਹ ਸਕੂਲ ਨੇ ਤਕਰੀਬਨ 13 ਕਰੋੜ ਰੁਪਈਆ ਪ੍ਰੋਫਿਟ 3 ਸਾਲਾਂ ਦੇ ਵਿੱਚ ਦਿਖਾਇਆ, ਔਰ ਉਹ 13 ਕਰੋੜ ਰੁਪਈਆ ਮੈਨੇਜਮੈਂਟ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਲਿਆ, ਜਦ ਕਿ ਐਜ਼ ਪਰ ਲਾਅ ਉਹ ਮੈਨੇਜਮੈਂਟ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਹੀ ਨਹੀਂ ਸਕਦੇ ਪੈਸਾ। ਉਹ ਇਹ ਗੱਲ ਤਾਂ ਐਸਟੈਬਲਿਸ਼ ਕੀਤੀ ਹੋਈ ਆ। ਜਦੋਂ ਮੈਂ ਇਸ ਮੈਟਰ ਦੀ ਕੰਪਲੇਂਟ ਕੀਤੀ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ, ਹਾਇਰ ਅਥਾਰਟੀਜ਼ ਤੋਂ ਕੰਪਲੇਂਟ ਮਾਰਕ ਹੋ ਕੇ ਆਈਆਂ, ਤਾਂ ਇਨਕੁਆਇਰੀ ਆਫੀਸਰ ਜਿਹੜਾ ਸੀਗਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਬੰਨਿਓ, ਕੋਈ ਗੋਬਿੰਦਗੜ੍ਹ ਪਿੰਡ ਦਾ ਕੋਈ ਪ੍ਰਿੰਸੀਪਲ ਸੀਗਾ ਕਿਸੇ ਸਰਕਾਰੀ ਸਕੂਲ ਦਾ, ਉਹ ਕਹਿੰਦਾ ਜੀ ਮੈਨੂੰ ਇਹਨਾਂ ਨੇ ਬੈਲੈਂਸ ਸ਼ੀਟਾਂ ਨਹੀਂ ਦਿਖਾਈਆਂ। ਮਤਲਬ ਕਿੱਡਾ
ਘਟੀਆ ਐਕਸਕਿਊਜ਼ ਇਹ ਦੇ ਰਹੇ ਆ। ਬੈਲੈਂਸ ਸ਼ੀਟਾਂ ਮੈਂ ਲਿਆ ਕੇ ਤੁਹਾਨੂੰ CBSE ਤੋਂ ਤਾਂ ਤੁਹਾਨੂੰ ਸਬਮਿਟ ਕਰ ਦਿੱਤੀਆਂ। ਜੇ ਉਹ ਤੁਹਾਨੂੰ ਕਾਗਜ਼ ਨਹੀਂ ਦੇ ਰਹੇ, ਤੁਸੀਂ ਸਰਕਾਰ ਦੇ ਆਫੀਸਰ ਹੋ, ਤੁਸੀਂ ਉਹਨਾਂ ਦੇ ਖਿਲਾਫ ਰਿਕਮੈਂਡ ਕਰ ਦਿਓ। ਅੱਛਾ ਸਬਰਵਾਲ ਸਾਹਿਬ, ਇਹ ਵੀ ਜਾਣਨਾ ਚਾਹਾਂਗੇ, ਸਾਡੇ ਦਰਸ਼ਕ ਵੀ ਇਹ ਜਾਣਨਾ ਚਾਹਣਗੇ, ਕਿਉਂਕਿ ਜਿੰਨਾ ਕੁ ਸਾਨੂੰ ਪਤਾ ਹੈ ਕਿ ਇਹ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ, ਇਹ ਕੋਈ ਪ੍ਰੋਫਿਟ ਲੈਣ ਦੇ ਲਈ ਸੰਸਥਾਵਾਂ ਜਾਂ ਸਿੱਖਿਆ ਨੂੰ ਨਹੀਂ ਵਰਤਿਆ ਜਾ ਸਕਦਾ ਹੈਗਾ। ਸਿੱਖਿਆ ਦਾ ਵਪਾਰੀਕਰਨ ਕਹਿੰਦੇ ਕਿ ਸੰਵਿਧਾਨ ਦੇ ਵਿੱਚ ਵੀ ਹੈ, ਕਾਨੂੰਨ ਦੇ ਵਿੱਚ ਵੀ ਹੈ ਕਿ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਟਰਸਟ ਮੁਤਾਬਕ ਚੱਲਦੇ ਨੇ, ਟਰਸਟ ਬਣਾ ਕੇ ਚੱਲਦੇ ਨੇ। ਸਕੂਲ ਟਰਸਟ ਮੁਤਾਬਕ ਹੀ ਚੱਲ ਸਕਦਾ ਹੈ। ਇਹ ਨਹੀਂ ਹੈਗਾ ਵੀ ਮੈਂ ਸਵੇਰੇ ਉੱਠੂੰਗਾ ਮੈਂ ਪ੍ਰਾਈਵੇਟ ਸਕੂਲ ਖੋਲ ਦੂੰਗਾ। ਉਹਨੂੰ ਟਰਸਟ ਬਣਾਉਣਾ ਪਏਗਾ। ਉਹਦੇ ਏਮਸ ਐਂਡ ਆਬਜੈਕਟਿਵਸ ਹੋਣਗੇ। ਉਹਦੇ ਵਿੱਚ ਇੱਕ ਏਮ ਸਭ ਤੋਂ ਵੱਡਾ ਇਹ ਹੋਏਗਾ ਕਿ ਇਹ ਸਕੂਲ ਪ੍ਰਾਈਵੇਟ ਪ੍ਰੋਫਿਟਾਈਜੇਸ਼ਨ ਦੇ ਵਿੱਚ ਇੰਡਲਜ ਨਹੀਂ ਹੋਏ। ਬਿਲਕੁਲ ਠੀਕ ਆ। ਨਾਓ ਇਹ ਕੀ ਹੁੰਦਾ ਹੈ ਵੀ ਟਰਸਟ ਬਣਦਾ, ਟਰਸਟ ਦੇ ਵਿੱਚ ਉਹ ਆਪਣੇ ਨੀਅਰ ਐਂਡ ਡੀਅਰ ਬੰਦਿਆਂ ਨੂੰ ਮੈਂਬਰ ਲੈ ਲੈਂਦੇ ਨੇ, ਉਹ ਜਿਹੜੇ ਕਿ ਸਿਰਫ ਚੁੱਪ ਕਰਕੇ ਅੱਖਾਂ ਬੰਦ ਕਰਕੇ ਸਾਈਨ ਕਰਨ ਵਾਲੇ ਨੇ। ਕੋਈ ਵੀ ਬੰਦਾ ਸਕੂਲ ਬਿਨਾਂ ਟਰਸਟ ਤੋਂ ਰਨ ਕਰ ਹੀ ਨਹੀਂ ਸਕਦਾ। ਕੱਲ ਵੀ ਕੁਝ ਮੈਂ ਧਰਨਾ ਦਿੱਤਾ ਤੇ ਕੁਝ ਅਨੋਬੜ ਜੇ ਬੰਦਿਆਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਕਿ ਜੀ ਮਤਲਬ ਸਕੂਲ ਬਣਾ ਲੈਂਦੇ ਤਾਂ। ਅਰੇ ਭਾਈ, ਬਿਨਾਂ ਟਰਸਟ ਤੋਂ ਸਕੂਲ ਨਹੀਂ ਬਣ ਸਕਦਾ। ਟਰਸਟ ਬਣਾਉਣਾ ਪਏਗਾ। ਟਰਸਟ ਦੇ ਏਮਸ ਐਂਡ ਆਬਜੈਕਟਿਵਸ ਹੈਗੇ ਨੇ। ਜਿੱਥੇ ਉਹ ਰਜਿਸਟ੍ਰੇਸ਼ਨ ਕਰਵਾਉਂਦੇ ਨੇ, ਮੰਨ ਲਓ ਉਹ ਜ਼ਿਲ੍ਹਾ ਆਪਣੇ ਕਰਵਾਉਂਦੇ ਨੇ, ਚੰਡੀਗੜ੍ਹ ਕਰਵਾਉਂਦੇ ਨੇ ਰਜਿਸਟ੍ਰੇਸ਼ਨ, ਲੁਧਿਆਣੇ ਕਰਵਾਉਂਦੇ ਨੇ, ਤੁਸੀਂ RTI ਪਾ ਕੇ ਉਹਨਾਂ ਦੇ ਏਮਸ ਐਂਡ ਆਬਜੈਕਟਿਵਸ, ਉਹਨਾਂ ਦੀ ਜਿਹੜੀ ਸੰਸਥਾ ਦਾ ਨਾਮ। ਤੁਸੀਂ ਕੀ ਕਹਿੰਦੇ ਹੋ ਕਿ ਇਹ ਤੋਂ ਪ੍ਰੋਫਿਟ ਨਹੀਂ ਲਿਆ ਜਾ ਸਕਦਾ ਹੈਗਾ ਸਕੂਲ? ਸਰ ਮੈਂ ਕੀ ਕਹਿੰਦਾ, ਤਾਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਕਹਿ ਰਹੀ ਹੈ। ਮੈਂ ਤਾਂ ਬਹੁਤ ਇੱਕ ਛੋਟਾ ਜਿਹਾ ਇਨਸਾਨ ਹੈ। ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਕਹਿ ਰਹੀ ਹੈ। ਲੋਕ ਸਭਾ ਨੇ ਬਿੱਲ ਪਾਸ ਕੀਤਾ, ਉਹ ਕਹਿ ਰਹੀ ਹੈ। ਵਿਧਾਨ ਸਭਾ ਕਹਿ ਰਹੀ ਹੈ। ਇੱਕ PIL ਮੈਂ ਫਾਈਲ ਕੀਤੀ ਫੀਸ ਐਕਟ ਦੀ 20545 2009 ਦੇ ਵਿੱਚ। ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਨੇ ਇਹ ਗੱਲ ਕਹੀ ਕਿ ਇਹ ਨਹੀਂ ਪ੍ਰੋਫਿਟਾਈਜੇਸ਼ਨ ਦੇ ਵਿੱਚ ਇੰਡਲਜ ਹੋ ਸਕਦੇ। ਇਹ ਕੋਈ ਪ੍ਰੋਵੀਜ਼ਨ ਹੈ ਕਿ ਹੁਣ ਜਿਵੇਂ ਤੁਸੀਂ ਮੰਗ ਕਰ ਰਹੇ ਹੋ ਕਿ ਜਿਹੜੇ ਇੰਨੀ ਪ੍ਰੋਫਿਟ ਹੋ ਗਿਆ ਉਹ ਅਗਲੇ 3 ਸਾਲ ਫੀਸਾਂ ਨਾ ਲੈਣ ਜਾਂ ਵਾਪਸ ਹੋ ਜਾਵੇ ਜਾਂ ਰੀਇੰਬਰਸ, ਕੋਈ ਇਸ ਤਰ੍ਹਾਂ ਦੀ ਵੀ ਪ੍ਰੋਵੀਜ਼ਨ ਹੈ? ਫਿਰ ਪ੍ਰੋਵੀਜ਼ਨ ਸਰਕਾਰ ਕੋਲੇ ਤਾਂ ਹਰ ਤਰ੍ਹਾਂ ਦੀ ਤਾਕਤ ਹੈਗੀ ਆ। ਮੈਨੂੰ ਇੱਕ ਗੱਲ ਦੱਸੋ, ਜਦੋਂ ਪ੍ਰੋਫਿਟਾਈਜੇਸ਼ਨ ਦੇ ਵਿੱਚ ਇੰਡਲਜ ਹੋਣਾ ਹੀ ਨਹੀਂ, ਇੱਕ ਆਪਾਂ ਸਵੈ ਘੋਸ਼ਣਾ ਪੱਤਰ ਦਿੰਦੇ ਆ ਜੀ। ਜਦੋਂ ਇਹਨਾਂ ਨੇ ਆਪਣੀ NOC ਲੈਣੀ ਹੁੰਦੀ ਹੈ, ਸਵੈ ਘੋਸ਼ਣਾ ਪੱਤਰ ਦਿੰਦੇ ਆ। ਸਵੈ ਘੋਸ਼ਣਾ ਪੱਤਰ ਦੇ ਵਿੱਚ ਇਹ ਲਿਖਿਆ ਹੁੰਦਾ ਵੀ ਅਸੀਂ ਸਾਡੀ ਸੰਸਥਾ ਬਿਨਾਂ ਕਿਸੇ ਪ੍ਰੋਫਿਟ ਲਾਸ ਤੋਂ ਸਕੂਲ ਚਲਾਏਗੀ। ਠੀਕ ਆ। ਔਰ ਮੈਂ ਉਸੇ ਫਾਈਲ ਨੂੰ ਥੋੜਾ ਜਿਹਾ ਫਰੋਲਦਾ, ਅੱਗੇ ਬੈਲੈਂਸ ਸ਼ੀਟ ਆ ਜਾਂਦੀ ਆ। ਬੈਲੈਂਸ ਸ਼ੀਟ ਦੇ ਵਿੱਚ ਆਂਦਾ ਜੀ ਆ ਗ੍ਰੀਨਲੈਂਡ ਸਕੂਲ ਦੇ 5 ਸਕੂਲਾਂ ਕੋਲੇ 22 ਕਰੋੜ ਰੁਪਈਆ ਕੈਸ਼ ਇਨ ਹੈਂਡ ਆ। ਠੀਕ ਆ। ਤੇ ਵਿਚ ਮੀਨਸ ਉਹਨੇ ਜਿਹੜਾ ਦਿੱਤਾ ਸਵੈ ਘੋਸ਼ਣਾ ਪੱਤਰ ਗਲਤ ਦਿੱਤਾ। ਇਹ ਸਰਕਾਰ ਨੂੰ ਦੋਨੇ ਜਿਹੜੀਆਂ ਡਬਲ ਕੰਟਰਾਡਿਕਟ ਹੋ ਗਈਆਂ। ਕੀ ਸਰਕਾਰ ਨੂੰ ਨਹੀਂ ਸੀ ਚਾਹੀਦਾ ਉਹਨਾਂ ਦੇ ਉੱਤੇ FIR ਲਾਂਚ ਕਰਵਾਉਂਦੀ ਵੀ ਤੁਸੀਂ ਸਵੈ ਘੋਸ਼ਣਾ ਪੱਤਰ ਆਪ ਗਲਤ ਦੇ ਕੇ ਦੇਖੋ, ਮੈਂ ਦਿੰਨਾ 1 ਮਿੰਟ ਤੋਂ ਪਹਿਲਾਂ ਪਰਚਾ ਦਰਜ ਹੋ। ਅੱਛਾ, ਇੱਕ ਪਿੱਛੇ ਜੇ RTE ਹੋਇਆ ਕਾਨੂੰਨ ਕੇ ਲਾਗੂ ਕਰਾਂਗੇ, ਵੀਕਰ ਸੈਕਸ਼ਨ ਦੇ ਲਈ ਹੋਏਗਾ ਸਿਸਟਮ, ਉਹ ਕਿੰਨਾ ਕੁ ਇਹਨਾਂ ਸਕੂਲਾਂ ਦੇ ਵਿੱਚ ਖਾਸ ਕਰ ਲਾਗੂ? ਰਾਈਟ ਟੂ ਐਜੂਕੇਸ਼ਨ ਦੇ ਉੱਤੇ ਮੈਂ ਤੁਹਾਨੂੰ 2 ਮਿੰਟ ਡਿਟੇਲ 'ਚ ਸਮਝਾਉਣਾ ਚਾਹੁੰਦਾ। ਰਾਈਟ ਟੂ ਐਜੂਕੇਸ਼ਨ ਸਨ 2009 ਚ ਆਇਆ ਜੀ। ਪੰਜਾਬ ਸਰਕਾਰ ਨੇ ਰੂਲ ਬਣਾਏ। ਉਹਦੇ ਵਿੱਚ ਇੱਕ ਇਹ ਗੱਲ ਕਲੀਅਰ ਹੈਗੀ ਹੈ ਕਿ ਕੋਈ ਵੀ ਬੱਚਾ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਤੱਕ 1 ਕਿਲੋਮੀਟਰ ਤੋਂ ਜ਼ਿਆਦਾ ਟਰੈਵਲ ਨਹੀਂ ਕਰੇਗਾ। 5ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਉਹਨੂੰ 3 ਕਿਲੋਮੀਟਰ ਤੋਂ ਜ਼ਿਆਦਾ ਟਰੈਵਲ ਨਹੀਂ ਕਰੇਗਾ। ਉਹਨੂੰ ਸਕੂਲ ਪੈਣਾ ਚਾਹੀਦਾ ਉਸ 1 ਤੋਂ ਲੈ ਕੇ ਇਹਦੇ ਵਾਸਤੇ। ਜਿਹੜੇ ਟੋਟਲ ਸਟਰੈਂਥ ਹੈ ਸਕੂਲ ਦੀ, ਮੰਨ ਲਓ ਨਵੀਆਂ ਐਡਮਿਸ਼ਨਾਂ ਲੈਣੀਆਂ, 100% ਸਟਰੈਂਥ ਦੇ ਵਿੱਚੋਂ ਇਹਨਾਂ ਨੇ 75% ਦਾ ਪਹਿਲਾਂ ਡਰਾ ਕੱਢ ਲੈਣਾ। ਡਰਾ ਕੱਢ ਕੇ ਮੈਂ ਮੰਨ ਲਓ ਮੇਰੇ ਬੱਚੇ ਨੇ ਪੜ੍ਹਨਾ, ਮੈਂ ਆਪਣੇ ਕਿਸੇ ਵੀ ਆਫਿਸ ਦੇ ਮੁਲਾਜ਼ਮ ਨੂੰ ਭੇਜੂੰਗਾ, ਜਾ ਕੇ ਫਾਰਮ ਲਿਆ, ਮੈਂ ਫਾਰਮ ਭਰਿਆ, ਫੀਸ ਲਾਈ, ਮੈਂ ਜਮ੍ਹਾਂ ਕਰਾਤਾ, ਉਹਦੀ ਡਿਊਟੀ ਲਾਤੀ ਵੀ ਯਾਰ ਡਰਾ ਨਿਕਲਣਾ, ਜਾ ਕੇ ਚੈੱਕ ਕਰ ਲਈ, ਜੇ ਆਪਣੇ ਬੱਚੇ ਦਾ ਡਰਾ ਨਿਕਲੇ ਤਾਂ ਆਪਾਂ ਫੀਸ ਜਮ੍ਹਾਂ ਕਰਾ ਦਿਆਂਗੇ। ਠੀਕ ਆ। 25% ਸੀਟਾਂ ਇਹਨਾਂ ਨੇ ਰਿਜ਼ਰਵ ਰੱਖਣੀਆਂ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ। ਜਦੋਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਿੱਚ ਸੀਟਾਂ ਨਹੀਂ ਫਿਲ ਹੋਣਗੀਆਂ ਤੇ ਫਿਰ ਉਹ 25% ਦਾ ਇੱਕ ਸੈਪਰੇਟ ਡਰਾ ਕੱਢਣਾ। ਠੀਕ ਹੈ। ਤਾਂ ਪੇਰੈਂਟਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਂ ਬੱਚਿਆਂ ਨੂੰ ਇੰਟਰਵਿਊ ਦੇ ਲਈ ਨਹੀਂ ਬਣਾਇਆ ਜਾ ਸਕਦਾ। ਉਹ ਇੱਕ ਲਿਸਟ ਨੋਟਿਸ ਬੋਰਡ ਦੇ ਉੱਤੇ ਲੱਗ ਜਾਏਗੀ। ਉਹ ਬੰਦੇ ਨੇ ਦੇਖਣਾ ਵੀ ਲਿਸਟ ਲੱਗ ਗਈ, ਮੈਂ ਆਪਣੇ ਬੱਚੇ ਦੀ ਮੇਰੀ ਐਡਮਿਸ਼ਨ ਹੋ ਗਈ, ਮੈਂ ਫੀਸ ਜਮ੍ਹਾਂ ਕਰਵਾ। ਇਹ ਡਰਾ ਵੀ ਰੈਂਡਮਲੀ ਹੁੰਦਾ ਹੈ ਜਿਹੜਾ ਕੱਢਦੇ ਨੇ ਕਿ ਡਰਾ ਉਹ ਲੋਕਾਂ ਸਾਹਮਣੇ ਹੁੰਦਾ ਜਾਂ ਕਿਵੇਂ? ਡਰਾ ਬਿਲਕੁਲ ਰੈਂਡਮਲੀ ਹੁੰਦਾ। ਡਰਾ ਦਾ ਮਤਲਬ ਹੀ ਹੁੰਦਾ ਕਿ ਪਬਲਿਕਲੀ ਡਰਾ ਕੱਢਿਆ ਜਾਵੇ। ਡਰਾ ਦੀ ਡੈਫੀਨੇਸ਼ਨ ਹੀ ਇਹ ਆ। ਔਰ ਮੈਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਇਹ ਕੁਐਸਚਨ ਕੀਤਾ ਵੀ ਤੁਸੀਂ ਮੈਨੂੰ ਦੱਸੋ ਵੀ ਆਹ ਜਿਹੜੇ 25 ਸਕੂਲ ਨੇ ਇਹਨਾਂ ਨੇ ਕਿਹੜੀ ਤਰੀਕ ਨੂੰ ਡਰਾ ਕੱਢੇ ਆ, ਕੀ ਇਹਨਾਂ ਨੇ ਤੁਹਾਨੂੰ ਇੰਟੀਮੇਟ ਕੀਤਾ,
ਕੀ ਇਹਨਾਂ ਨੇ ਕੋਈ ਵੀਡੀਓਗ੍ਰਾਫੀ ਜਾਂ ਕੋਈ ਫੋਟੋਗ੍ਰਾਫੀ ਕੀਤੀ? ਉਹ ਕਹਿੰਦੇ ਜੀ ਸਾਡੇ ਕੋਲੇ ਕੋਈ ਰਿਕਾਰਡ ਨਹੀਂ ਹੈਗਾ। ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਮੋਨੀਟਰ ਹੀ ਨਹੀਂ ਕਰ ਰਿਹਾ। ਕੀ ਇਹਨਾਂ ਸਕੂਲਾਂ 'ਚ ਕਿਸੇ ਵੀਕਰ ਸੈਕਸ਼ਨ ਨੂੰ ਐਡਮਿਸ਼ਨ ਦਿੱਤੀ ਗਈ? ਮੈਂ ਤੁਹਾਡੇ ਨਾਲ ਸਾਰੀ ਇਸੇ ਗੱਲ ਤੇ ਆ ਰਿਹਾ। ਠੀਕ ਆ, ਜੇ ਉਹਨਾਂ ਨੇ ਨਹੀਂ ਕੀਤਾ ਤੇ ਵਾਟ ਐਕਸ਼ਨ ਯੂ ਹੈਜ਼ ਬੀਨ ਟੇਕਨ, ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀ ਕੀਤੀ? ਸਨ 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਜੀ। 2021 ਤੱਕ ਮੈਨੂੰ ਇਹਨਾਂ ਨੇ ਰਿਟਨ 'ਚ ਦਿੱਤਾ ਹੈ ਵੀ ਪਿਛਲੇ 12 ਸਾਲਾਂ ਦੇ ਵਿੱਚ ਇੱਕ ਵੀ ਬੱਚੇ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਦਿੱਤੀ ਹੀ ਨਹੀਂ ਗਈ ਕਿਸੇ ਹੜਾਤੀਆਂ ਆਰਟੀਈ ਦੀਆਂ। ਆਰਟੀਈ ਐਕਟ ਇੱਕ ਸਫੇਦ ਹਾਥੀ ਬਣ ਕੇ ਰਹਿ ਗਿਆ। ਉਹ ਕਹਿੰਦੇ ਆ ਜੀ ਪਹਿਲਾਂ ਤਾਂ ਜਾਓ ਤੁਸੀਂ ਸਰਕਾਰੀ ਸਕੂਲ 'ਚ ਜੀ, ਜੇ ਸਰਕਾਰੀ ਸਕੂਲ 'ਚ ਤੁਹਾਡੀ ਸੀਟ ਨਹੀਂ ਖਾਲੀ ਤੇ ਫਿਰ ਤੁਸੀਂ ਜਾਓ ਇੱਕ ਹੋਰ ਕੈਟਾਗਰੀ ਹੈ, ਦੈਨ ਜਾਓ ਪ੍ਰਾਈਵੇਟ ਦੇ। ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਪਹਿਲਾਂ ਸੀਟਾਂ ਗਵਰਨਮੈਂਟ ਸਕੂਲਾਂ ਦੇ ਵਿੱਚ ਤਾਂ ਪਹਿਲਾਂ ਹੀ ਸੀਟਾਂ ਖਾਲੀ ਪਈਆਂ ਆ। ਹੁਣ ਮਾਂ-ਬਾਪ ਕਹਿੰਦੇ ਆ ਜੀ ਅਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਨਹੀਂ ਪੜ੍ਹਾਉਣਾ, ਅਸੀਂ ਸਰਕਾਰੀ ਸਕੂਲ 'ਚ ਪੜ੍ਹਾਉਣਾ। ਵੀ ਪੜ੍ਹਾਓ ਤੁਸੀਂ, ਇਹ ਗੱਲ 'ਚ ਕੋਈ ਦੋ ਰਾਏ ਨਹੀਂ। ਲੇਕਿਨ ਇੱਕ ਚੀਜ਼ ਦੇਖ ਲਿਓ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਸਰਟੀਫਿਕੇਟ ਹੈ ਨਾ, ਉਹ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਮੰਨਦੇ ਨਹੀਂ ਹੈਗੇ ਉਸ ਨੂੰ, ਕਿਉਂਕਿ ਉਹ ਸਮਝਦੇ ਨੇ ਵੀ ਕਿ ਇਹਨਾਂ ਦਾ ਐਜੂਕੇਸ਼ਨ ਲੈਵਲ ਉਹ ਲੈਵਲ ਤੇ ਹੈ ਹੀ ਨਹੀਂ ਜੋ CBSE ਜਾਂ ICSE। ਬਿਲਕੁਲ, ਜਿਹੜਾ ਆਰਟੀਈ ਐਕਟ ਵੀ ਆ ਉਹ ਤਾਂ ਸਾਰੇ ਸਕੂਲਾਂ ਲਈ ਬਣਾਇਆ ਗਿਆ, ਨਾ ਕਿ ਸਿਰਫ ਸਰਕਾਰੀ ਸਕੂਲਾਂ ਲਈ ਬਣਾਇਆ ਗਿਆ। ਉਹ ਤਾਂ ਗਵਰਨਮੈਂਟ ਪ੍ਰਾਈਵੇਟ ਜਿੰਨੇ ਵੀ ਸਕੂਲ ਪੂਰੇ ਹਿੰਦੁਸਤਾਨ ਦੇ ਵਿੱਚ ਨੇ, ਹਰ ਇੱਕ ਸਕੂਲ ਦੇ ਵਿੱਚ ਉਹ ਐਕਟ ਲਾਗੂ ਹੁੰਦਾ। ਸਬਰਵਾਲ ਸਾਹਿਬ ਦੱਸੋ ਕਿ ਇਹ ਕਾਗਜ਼ੀ ਕਾਰਵਾਈ ਪੂਰੀ ਕਰਦੇ ਨੇ ਉਸ ਚੀਜ਼ ਦੀ, ਜਾਂ ਸਿਰਫ ਉਹ ਬਿਲਕੁਲ ਹੀ ਉਹਨੂੰ ਵੀ ਛੱਡਿਆ ਹੋਇਆ? ਨਹੀਂ ਜੀ, ਕੋਈ ਕਾਗਜ਼ੀ ਕਾਰਵਾਈ ਨਹੀਂ। ਅੱਛਾ, ਮੈਂ ਇਹਨਾਂ ਦੀਆਂ ਸਾਰੀਆਂ ਫਾਈਲਾਂ 2 ਦਿਨ ਲਗਾਤਾਰ ਜਾ ਕੇ ਮੈਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਵੀ ਤੁਸੀਂ ਇਹਨਾਂ ਦਾ ਓਰੀਜਨਲ ਰਿਕਾਰਡ ਇੰਸਪੈਕਟ ਕਰ ਸਕਦੇ ਹੋ। ਮੈਂ 2 ਦਿਨ ਲਾ ਕੇ ਰਿਕਾਰਡ ਇੰਸਪੈਕਟ ਕੀਤਾ ਔਰ ਇਹਨਾਂ ਨੇ ਮੰਨ ਲਿਆ ਵੀ ਅਸੀਂ ਪਿਛਲੇ 12 ਸਾਲ ਦੇ ਵਿੱਚ ਇੱਕ ਵੀ ਬੱਚੇ ਨੂੰ ਫ੍ਰੀ ਆਫ ਕਾਸਟ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ। ਕਾਰਵਾਈ ਬਣਦੀ ਆ ਫਿਰ ਇਸ ਚੀਜ਼ ਤੇ? ਕਾਰਵਾਈ ਤਾਂ ਬਣਦੀ ਹੈ ਜੀ। ਦੇਖੋ ਐਕਚੁਅਲੀ ਕੀ ਆ, ਮੰਨ ਲਓ ਕੋਈ ਇਕਨੋਮਿਕਲੀ ਵੀਕਰ ਸੈਕਸ਼ਨ 'ਚੋਂ ਬੱਚਾ ਉੱਠਦਾ ਹੈ, ਉਹ ਅਪਲਾਈ ਕਰਦਾ ਹੈ ਪ੍ਰਾਈਵੇਟ ਸਕੂਲ ਦੇ ਵਿੱਚ, ਤਾਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਉਹਦੀ ਐਡਮਿਸ਼ਨ ਹੋਣੀ ਹੈ। ਤਾਂ ਕੀ ਹੈਗਾ ਕਿ ਜਦੋਂ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਐਡਮਿਸ਼ਨ ਕਰਨੀ ਹੈ, ਬੱਚਾ ਤਾਂ ਫ੍ਰੀ ਪੜ੍ਹੇਗਾ, ਲੇਕਿਨ ਉਹਦੀ ਪੇਮੈਂਟ ਜਿਹੜੀ ਹੈ ਸਰਕਾਰ ਨੂੰ ਕਰਨੀ ਪਏਗੀ। ਸਰਕਾਰ ਪੈਸਾ ਖਰਚ ਕਰਨ ਦੇ ਮੂਡ 'ਚ ਹੀ ਹੈ ਨਹੀਂ। ਇਹ ਤਾਂ ਆਪਣੀਆਂ ਪੈਨਸ਼ਨਾਂ ਜਾਂ ਆਪਣੀਆਂ ਫੈਸਿਲਿਟੀਆਂ ਦੇ ਉੱਤੇ ਪੈਸੇ ਖਰਚ ਕਰਨ ਲੱਗੇ ਹੋਏ ਆ। ਇਹਨਾਂ ਨੂੰ ਕੁਝ ਨਹੀਂ ਹੈਗਾ ਕਿ ਅਸੀਂ ਫਿਰ ਸਾਨੂੰ ਪ੍ਰਾਈਵੇਟ ਸਕੂਲ ਨੂੰ ਪੇਮੈਂਟ ਕਰਨੀ ਪਏਗੀ। ਗੱਲ ਸੁਣੋ, ਮੈਨੂੰ ਤੁਸੀਂ ਦੱਸੋ ਵੀ 100% ਸੀਟਾਂ ਦਾ ਜਿਹੜਾ ਡਰਾਅ ਆ ਉਹ ਕਿਉਂ ਨਹੀਂ ਕੱਢਿਆ ਜਾਂਦਾ? ਡਰਾਅ ਇੱਕ ਬਿਲਕੁਲ ਜਿਹੜਾ ਵੱਡਾ ਇਹਨਾਂ ਦਾ ਹਾਲ ਹੁੰਦਾ ਜਿਹਦੇ 'ਚ 1000-2000 ਬੱਚੇ ਦੇ ਬੈਠਣ ਦੀ ਕਪੈਸਿਟੀ ਆ, ਉਹਦੇ ਵਿੱਚ ਡਰਾਅ ਨਿਕਲੇ ਔਰ ਉਸੇ ਵੇਲੇ ਉਹਦਾ ਬੱਚੇ ਦਾ ਉਹਦੇ ਫਾਦਰ ਮਦਰ ਦਾ ਨਾਂ ਅਨਾਊਂਸ ਹੋਵੇ, ਫਿਰ ਨਾਲ ਦੀ ਨਾਲ 2 ਘੰਟੇ ਦੇ ਵਿੱਚ ਲਿਸਟ ਬਣ ਕੇ ਲੱਗੇ। ਕਿੱਦਾਂ ਇਹ ਸਭ? ਜਿੰਨੇ ਸਕੂਲ ਨੇ ਤੁਹਾਡੇ ਵੱਡੇ ਸਕੂਲ ਗਿਣ ਲਓ, ਕੋਈ 5 ਲੱਖ ਰੁਪਏ ਦੀ ਸੀਟ ਵੇਚ ਰਿਹਾ, ਕੋਈ 10 ਲੱਖ ਦੀ ਸੀਟ ਵੇਚ ਰਿਹਾ, ਕੋਈ MLA ਮੈਂਬਰ ਪਾਰਲੀਮੈਂਟ ਕਹਿੰਦਾ ਮੈਂ ਤੁਹਾਡੇ ਬੱਚੇ ਦੀ ਐਡਮਿਸ਼ਨ ਕਰਾ ਦਿੰਦਾ। ਕੋਈ ਮਤਲਬ ਇਹ ਸਾਰੀ ਨਾ ਇੱਕ ਬੜਾ ਵੱਡਾ ਗੋਰਖ ਧੰਦਾ ਜਾਂ ਜਿਹਨੂੰ ਕਹਿੰਦੇ ਇੱਕ ਬੜਾ ਵੱਡਾ ਨੈਕਸਸ ਚੱਲ ਰਿਹਾ। 8 ਕੰਪਲੇਂਟਾਂ ਦੇ ਵਿੱਚ ਮੈਂ ਜਿਹੜਾ ਇਹਨਾਂ ਨੇ 100 ਕਰੋੜ ਰੁਪਈਆ ਪ੍ਰੋਫਿਟ ਲਿੱਤਾ। ਤਾਂ ਤੁਸੀਂ ਸਰਕਾਰ 'ਚੋਂ ਤੁਸੀਂ ਡਿਸਾਈਡ ਕਰ ਦਿਓ ਵੀ ਵੈਦਰ ਰਿਫੰਡ ਕਰਨੇ ਨੇ, ਕਿਉਂਕਿ ਜਸਟਿਸ ਅਮਰਦੱਤ ਦੀ ਕਮੇਟੀ ਬਣੀ ਸੀ PIL ਦੇ ਉੱਤੇ, ਉਹਨਾਂ ਨੇ ਆਰਡਰ ਕਰਤੇ ਸੀਗੇ ਵੀ ਰਿਫੰਡ ਕਰਨ ਦੇ। ਅੱਛਾ ਸਬਰਵਾਲ ਸਾਹਿਬ, ਹੁਣ ਭਗਵੰਤ ਮਾਨ CM ਪੰਜਾਬ ਕਹਿੰਦੇ ਕਿ ਅਸੀਂ 3 ਮਹੀਨਿਆਂ ਤੱਕ ਇੱਕ ਸਿੱਖਿਆ ਨੀਤੀ ਲੈ ਕੇ ਆਵਾਂਗੇ। ਕੀ ਪਹਿਲਾਂ ਵੀ ਸਿੱਖਿਆ ਨੀਤੀਆਂ ਨੇ ਜਿਹੜੀਆਂ ਲਾਗੂ ਨਹੀਂ ਹੋ ਸਕੀਆਂ, ਜਾਂ ਇਹ ਸਿੱਖਿਆ ਨੀਤੀ ਬਣ ਹੀ ਨਹੀਂ ਸਕੀ? ਇਹ ਸਿੱਖਿਆ ਨੀਤੀ ਹੁਣ ਲੈ ਕੇ ਆਣਗੇ, ਪਿਛਲੇ 5 ਸਾਲ ਕੀ ਕਰਦੇ ਰਹੇ? ਮੇਰਾ ਬਾਰ-ਬਾਰ ਇਹੀ ਕੁਐਸਚਨ ਆ। ਤੁਸੀਂ ਸੈਕੰਡ ਲਾਰਜੈਸਟ ਪਾਰਟੀ ਸੀਗੇ, ਲੋਕਾਂ ਨੇ ਤੁਹਾਨੂੰ ਮੈਂਡੇਟ ਦੇ ਦਿੱਤਾ ਸੀ, ਉਦੋਂ ਤੁਸੀਂ ਕੋਈ ਆਪਣਾ ਦਿੱਤਾ ਨਹੀਂ ਸਰਕਾਰ? ਚਲੋ ਸਬਰਵਾਲ ਸਾਹਿਬ ਸਮਝ ਲਈਏ ਉਹਨੂੰ, ਹਜੇ ਇੱਕ ਦੇਰ ਲਈ ਤੁਸੀਂ ਰੱਖ ਦਿਓ ਕਿ 5 ਸਾਲ ਨਿਕਲ ਗਏ ਨੇ, ਹੁਣ ਸਰਕਾਰ 'ਚ ਪਾਵਰ 'ਚ ਨੇ, ਹੁਣ ਤਾਂ ਕੋਈ ਬਹਾਨਾ ਹੀ ਨਹੀਂ ਹੈਗਾ ਕਿ ਅਸੀਂ ਇਹ ਕੁਝ ਨਹੀਂ ਕਰ ਸਕਦੇ। ਹੁਣ ਕੀ ਜਿਹੜੀ ਇਹ ਕੱਲ ਐਲਾਨ ਹੋਏ ਨੇ ਉਹਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਿਵੇਂ ਕਰਨਾ ਹੈ, ਇਹ ਦੱਸ ਦਿਓ ਜਰਾ। ਦੇਖੋ, ਜਦ ਤੱਕ ਕੁਛ ਇੱਕ ਸਕੂਲਾਂ ਦੀ NOC ਰੱਦ ਨਹੀਂ ਹੁੰਦੀ, ਉਹਨਾਂ ਨੂੰ ਸੇਕ ਨਹੀਂ ਪਹੁੰਚਦਾ, ਉਹਨਾਂ ਦੀ ਐਫੀਲੀਏਸ਼ਨਾਂ ਰੱਦ ਨਹੀਂ ਹੁੰਦੀਆਂ, ਤਦ ਤੱਕ ਉਹਨਾਂ ਨੇ ਨਹੀਂ ਹਟਣਾ। ਅਦਰਵਾਈਜ਼ ਉਹ ਪੂਰੀ ਬਦਮਾਸ਼ੀ। ਕੋਰੋਨਾ ਕਾਲ ਦੇ ਦੌਰਾਨ ਕੁਝ ਕਾਰਵਾਈ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ, ਉਦੋਂ ਕਿੰਨੀ ਦੇਰ ਲਈ? 2 ਦਿਨ ਬਾਅਦ ਉਹ ਆਰਡਰ ਇਹਨਾਂ ਨੂੰ ਵਾਪਸ ਲੈਣੇ ਪੈ ਗਏ, 3 ਦਿਨ ਬਾਅਦ ਆਰਡਰ ਵਾਪਸ ਲੈਣੇ ਪੈ ਗਏ। ਬੜੇ ਬੰਦੇ ਕਹਿੰਦੇ ਨੇ ਜੀ ਜੇ ਪ੍ਰਾਈਵੇਟ ਸਕੂਲ ਦੀ ਐਫੀਲੀਏਸ਼ਨ ਖਤਮ ਕਰ ਦਿੱਤੀ ਬੱਚਿਆਂ ਦਾ ਫਿਊਚਰ ਤਬਾਹ ਹੋ ਜਾਏਗਾ। ਇਸ ਤਰ੍ਹਾਂ ਕੁਝ ਨਹੀਂ ਹੈਗਾ। ਨਾਲ ਦੀ ਨਾਲ ਇੱਕ ਲੈਟਰ ਨਿਕਲ ਜਾਵੇ ਵੀ ਜਿੰਨੇ ਬੱਚੇ ਨੇ ਉਹ ਸਾਰੇ ਦੇ ਸਾਰੇ ਆਪਣੇ ਨੀਅਰੈਸਟ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਲੈਣ, ਔਰ ਸਰਕੂਲਰ ਜਾਰੀ ਕੀਤਾ ਜਾਂਦਾ ਕਿ ਇਹਨਾਂ ਨੂੰ ਬਿਨਾਂ ਕਿਸੇ NOC ਤੋਂ, ਬਿਨਾਂ ਕਿਸੇ ਕਲੀਅਰੈਂਸ ਤੋਂ ਇਹਨਾਂ ਨੂੰ ਐਡਮਿਸ਼ਨ ਦੇ ਦਿਓ। ਇੱਕ ਗੱਲ ਹੈ ਕਿ ਲੋਕਲ ਅਥਾਰਟੀਜ਼ ਨੇ, ਜਿਹੜੀਆਂ ਕਾਰਪੋਰੇਸ਼ਨਸ ਨੇ, ਨਗਰ ਕੌਂਸਲਸ ਨੇ, ਪੰਚਾਇਤਾਂ ਨੇ, 14 ਸਾਲ ਦੇ ਤੱਕ ਦੇ ਬੱਚੇ ਦਾ ਇਹਨਾਂ ਨੇ ਪੂਰਾ ਰਿਕਾਰਡ ਰੱਖਣਾ, ਉਹਦਾ ਜੈਂਡਰ,
ਉਹਦੀ ਏਜ, ਉਹਦਾ ਮਤਲਬ ਕਾਫੀ ਕੁਝ ਡਿਟੇਲ ਹੈਗੀ ਇਹਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਵੀ ਉਹਨਾਂ ਨੇ ਉਹ ਸਾਰੀਆਂ ਡਿਟੇਲਸ ਰੱਖਣੀਆਂ ਨੇ। ਅੱਜ ਤੱਕ ਸਰਵੇ ਕਰਕੇ ਕਿਸੇ ਵੀ ਅਥਾਰਟੀ ਨੇ ਉਹ ਡਾਟਾ ਹੀ ਨਹੀਂ ਮੇਨਟੇਨ ਅੱਛਾ, ਕੀਤਾ। ਜੇ ਸਰਕਾਰ ਚਾਹਵੇ ਤਾਂ ਆਰਟੀਈ ਨੂੰ ਲਾਗੂ ਕਰ ਦੇਵੇ ਤਾਂ ਵੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਰਾਈਟ ਟੂ ਐਜੂਕੇਸ਼ਨ ਔਰ ਫੀਸ ਐਕਟ, ਇਹਨਾਂ ਦੋਨਾਂ ਨੂੰ ਸਖਤੀ ਦੇ ਨਾਲ ਇੰਪਲੀਮੈਂਟ ਕਰਨਾ ਚਾਹੀਦਾ ਅਲੋਂਗ ਵਿਦ ਦੀ ਆਰਡਰਸ ਆਫ ਦੀ ਮਾਨਯੋਗ ਸੁਪਰੀਮ ਕੋਰਟ ਐਂਡ ਹਾਈ ਕੋਰਟ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ, ਪਿੱਛੇ ਕੀ ਹੋਇਆ ਕਿ ਫੀਸ ਐਕਟ ਦੇ ਵਿੱਚ ਚੰਡੀਗੜ੍ਹ ਯੂਨੀਅਨ ਟੈਰੀਟਰੀਜ਼ ਵਾਲਿਆਂ ਨੇ ਇੱਕ ਅਮੈਂਡਮੈਂਟ ਕਰਤੀ ਜੀ। ਉਹ ਕਹਿੰਦੇ ਕਿ ਤੁਸੀਂ ਆਪਣੀਆਂ ਜਿੰਨੀਆਂ ਬੈਲੈਂਸ ਸ਼ੀਟਾਂ ਨੇ ਨਾ ਚੱਕ ਕੇ ਤੁਸੀਂ ਪਾਓ ਆਪਣੀ ਵੈਬਸਾਈਟ ਤੇ ਪਾਓ ਜੀ। ਅੱਛਾ, ਹੁਣ ਉਹਨਾਂ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ ਕਿਉਂਕਿ ਬੈਲੈਂਸ ਸ਼ੀਟਾਂ ਵਪਾਰੀ ਜਾਂ ਚਾਰਟਰਡ ਅਕਾਊਂਟੈਂਟ ਜਾਂ ਕੋਈ ਪ੍ਰੋਫੈਸ਼ਨਲ ਬੰਦਾ ਦੇਖਦਾ 1 ਮਿੰਟ 'ਚ ਦੇਖ ਦਿੰਦਾ ਵੀ ਆਹ ਖਰਚੇ ਗਲਤ ਪਏ ਹੋਏ ਨੇ। ਠੀਕ ਆ, ਉਹ ਬੈਲੈਂਸ ਸ਼ੀਟਾਂ ਅਗਰ ਆਮ ਬੰਦਿਆਂ ਦੇ ਹੱਥ 'ਚ ਆ ਗਈਆਂ ਤੇ ਇਹਨਾਂ ਦਾ ਤਾਂ ਜੀਣਾ ਦੁੱਭਰ ਹੋ ਜਾਣਾ। ਇਹਨਾਂ ਨੂੰ ਇਹਨਾਂ ਦਾ ਜੋ ਦੁਕਾਨਦਾਰੀਆਂ ਨੇ ਜੋ ਲੁੱਟ ਖੋਹ ਮਚਾਈ ਹੋਈ ਆ ਉਹ ਬੰਦ ਹੋ ਜਾਣੀ, ਸਭ ਦੇ ਸਾਹਮਣੇ ਆ ਜਾਣੀ ਆ। ਇਹ ਚਲੇ ਗਏ ਕੋਰਟ ਦੇ ਵਿੱਚ ਜੀ। ਠੀਕ ਆ, ਹੁਣ ਮੰਨ ਲਓ ਅਸੀਂ ਲੋਕ PIL ਫਾਈਲ ਕਰਨ ਜਾਂਦੇ ਆ, ਸਾਨੂੰ ਕੋਰਟ ਕਹਿੰਦੀ ਆਪਣੀਆਂ ਤੁਸੀਂ ਪਿਛਲੇ 3 ਸਾਲ ਦੀਆਂ ਰਿਟਰਨਾਂ ਲਿਆਓ, ਆਪਣੇ ਕ੍ਰੈਡੈਂਸ਼ੀਅਲਸ ਲਿਆਓ, ਅਸੀਂ ਦੇ ਦਿੰਦੇ ਆ। ਅਸੀਂ ਕਦੇ ਠੱਗੀ ਠੋਰੀ ਕੀਤੀ ਨਹੀਂ, ਤੁਸੀਂ ਲੈ ਲਓ। ਤੇ ਜੇ ਤੁਸੀਂ ਮੰਨਦੇ ਹੋ ਤੁਸੀਂ ਕੋਈ ਠੱਗੀ ਠੋਰੀ ਕਰ ਹੀ ਨਹੀਂ ਰਹੇ, ਤੁਸੀਂ ਪਾ ਦਿਓ ਵੈਬਸਾਈਟ, ਤੁਸੀਂ ਵੈਬਸਾਈਟ ਦੇ ਉੱਤੇ ਪਾ ਦਿਓ। ਤੁਸੀਂ ਕੋਰਟ ਦੇ ਵਿੱਚ ਭੱਜਦੇ ਪਏ ਹੋ ਕਿ ਨਹੀਂ ਜੀ ਨਹੀਂ, ਅਸੀਂ ਆਪਣੀਆਂ ਬੈਲੈਂਸ ਸ਼ੀਟਾਂ ਵੈਬਸਾਈਟ ਤੇ ਨਹੀਂ ਪਾਣੀਆਂ। ਔਰ ਨਤੀਜਾ ਕੀ ਨਿਕਲਦਾ ਹੈ, ਮਾਨਯੋਗ ਹਾਈ ਕੋਰਟ ਵੱਲੋਂ ਇੱਕ ਫੈਸਲਾ ਦਿੱਤਾ ਜਾਂਦਾ 107 ਪੇਜਾਂ ਦਾ, ਜਿਹਦੇ ਵਿੱਚ ਉਹਨਾਂ ਨੇ ਕਹਿਤਾ ਨਹੀਂ ਜੀ ਇਹ ਤਾਂ ਤੁਹਾਨੂੰ ਪਾਣੀਆਂ ਹੀ ਪੈਣੀਆਂ। ਅੱਛਾ, ਹੁਣ ਮੈਨੂੰ ਇੱਕ ਗੱਲ ਦੱਸੋ, ਜਿਹੜੀ ਚੀਜ਼ ਚੰਡੀਗੜ੍ਹ ਦੇ ਵਿੱਚ ਲਾਗੂ ਹੋ ਗਈ, ਕੀ ਇਹ ਮੈਂ ਸਰਕਾਰ ਨੂੰ ਉਸ ਆਰਡਰ ਦੀ ਕਾਪੀ ਲਾ ਕੇ 3 ਵਾਰੀ ਚਿੱਠੀ ਲਿਖ ਚੁੱਕਾ ਕਿ ਉਹ ਪੰਜਾਬ 'ਚ ਵੀ ਲਾਗੂ ਹੋ ਜਾਵੇ। ਤੁਸੀਂ ਪੰਜਾਬ 'ਚ ਵੀ ਲਾਗੂ ਕਰ ਦਿਓ। ਅਗਰ ਇਸ ਤਰ੍ਹਾਂ ਦੇ ਡੇਅਰ ਸਟੈਪਸ ਲਿੱਤੇ ਜਾਣਗੇ ਤਾਂ ਬੈਲੈਂਸ ਸ਼ੀਟ ਦੇ ਵਿੱਚ ਜਦੋਂ ਖਰਚਾ ਪਾਣਾ ਹੁੰਦਾ ਨਾ ਤਾਂ ਬੰਦਾ 10 20 25 ਲੱਖ ਰੁਪਏ ਦਾ ਖਰਚਾ ਉਲਟਾ ਸਿੱਧਾ ਪਾ ਸਕਦਾ, ਕਿਉਂਕਿ ਤਕਰੀਬਨ ਬਹੁਤ ਵੱਡੇ ਲੈਵਲ ਦੇ ਉੱਤੇ ਖਰਚਾ ਨਹੀਂ ਪਾ ਸਕਦਾ। ਹੁਣ ਸੈਕਰੇਟ ਹਾਰਟ ਕਨਵੈਂਟ ਸਕੂਲ ਦਾ ਮੈਂ ਤੁਹਾਨੂੰ ਦੁਬਾਰਾ ਐਗਜ਼ਾਮਪਲ ਦਿੰਦਾ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਿਹੜੀ ਪ੍ਰਾਪਰਟੀ ਟੈਕਸ ਦੀ ਰਿਟਰਨ ਕਾਰਪੋਰੇਸ਼ਨ ਕੋਲੇ ਭਰੀ, ਉਹ 'ਚ ਲਿਖ ਦਿੱਤਾ ਸੈਲਫ ਆਕੂਪਾਈਡ। ਤੇ ਜਦੋਂ ਬੈਲੈਂਸ ਸ਼ੀਟ ਫਰੋਲੀ, ਬੈਲੈਂਸ ਸ਼ੀਟ ਦੇ ਵਿੱਚ ਇਹਨਾਂ ਨੇ $3.25 ਕਰੋੜ 2 ਕਰੋੜ ਰੁਪਈਆ ਰੈਂਟ ਪਾਇਆ, ਖਰਚਾ ਪਾਤਾ। ਤੇ ਇਹ ਇੱਕ ਸਰਕਾਰ ਦੇ ਇੱਕ ਅਦਾਰੇ ਨੂੰ ਤੁਸੀਂ ਇੱਕ ਚੀਜ਼ ਕਹਿ ਰਹੇ ਹੋ, ਦੂਜੇ ਅਦਾਰੇ ਨੂੰ ਤੁਸੀਂ ਦੂਜੀ ਗੱਲ ਕਹਿ ਰਹੇ ਹੋ। ਪਰਦਾਫਾਸ਼ ਹੋ ਜੂਗਾ, ਪਰਦਾਫਾਸ਼ ਹੋ ਗਿਆ। ਤੇ ਇਹ ਸਭ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਸਕਦੀਆਂ ਨੇ, ਲੇਕਿਨ ਕੀ ਹੈ ਕਿ ਹਜੇ ਬਹੁਤ ਵਾਰ ਟੀਚਰਾਂ ਦੀ ਜਿਹੜੀ ਸੈਲਰੀ ਆ ਉਹ ਵੱਧ ਦਿਖਾਈ ਹੁੰਦੀ ਆ, ਦਿੱਤੇ ਜਿਹੜੀ ਬਹੁਤ ਉਹਨਾਂ ਕੋਲੋਂ ਪੈਸੇ ਕੈਸ਼ ਰਿਫੰਡ ਲੈ ਲਿੱਤੇ ਜਾਂਦੇ ਨੇ, ਬੜਾ ਕੁਝ ਹੁੰਦਾ ਹੈ। ਮੈਨੂੰ ਹਜੇ ਤੱਕ ਸਰਕਾਰ ਦੀ ਨੀਅਤ ਦੇ ਉੱਤੇ ਕੋਈ ਭਰੋਸਾ ਨਹੀਂ ਹੈਗਾ। ਮੈਂ ਬੜੀ ਗੱਲ ਕਲੀਅਰ ਕਰਾਂ, ਹਜੇ ਤਾਂ ਇਹ ਸਿਰਫ ਪੋਲੀਟੀਕਲ ਗੱਲਾਂ ਹੋ ਰਹੀਆਂ ਜੀ, ਫੀਸਾਂ ਨਹੀਂ ਵਧਣ ਦੇਵਾਂਗੇ ਫਲਾਣਾ। ਜਦੋਂ NCERT ਦੀਆਂ ਬੁੱਕਸ ਲੱਗੀਆਂ ਹੋਈਆਂ ਨੇ, ਉਹ ਬੁੱਕਸ ਸਾਰੀਆਂ ਵੈਬਸਾਈਟ ਦੇ ਉੱਤੇ ਪਈਆਂ ਨੇ। ਜਦੋਂ ਸਾਡੇ ਬੱਚੇ ਵੀ ਪੜ੍ਹਦੇ ਸੀ ਨਾ, ਕੋਈ ਕਿਤਾਬ ਨਹੀਂ ਸੀ ਮਿਲਦੀ ਤੇ ਅਸੀਂ ਉੱਥੋਂ ਕਿਤਾਬ ਡਾਊਨਲੋਡ ਕਰਕੇ ਬਾਈਂਡ ਕਰਵਾ ਲੈਂਦੇ ਸੀ ਬੁੱਕ। ਤੇ ਫਿਰ ਤੁਸੀਂ ਬੱਚਿਆਂ ਨੂੰ 4-4 5-5 6-6 ਹਜ਼ਾਰ ਦੇ ਸੈੱਟ ਕਿਉਂ ਦੇ ਰਹੇ ਹੋ ਪ੍ਰਾਈਵੇਟ ਪਬਲਿਸ਼ਰਸ ਦੇ? ਤੁਸੀਂ NCERT ਦੀਆਂ ਬੁੱਕਸ ਕਿਉਂ ਨਹੀਂ ਲਗਾਉਂਦੇ ਪਏ? ਨੰਬਰ 1, ਜਿਹੜੀ NCERT ਦੀ ਬੁੱਕ ਇੱਕ 35 ਰੁਪਏ ਦੀ ਹੈ, ਪ੍ਰਾਈਵੇਟ ਪਬਲਿਸ਼ਰ ਉਹਨੂੰ 250 ਰੁਪਏ ਦੀ ਵੇਚਦਾ ਪਿਆ ਆ। ਫਿਰ ਉਹਦੇ ਨਾਲ ਬਲੈਕਮੇਲਿੰਗ ਕੀ ਹੁੰਦੀ ਹੈ ਪੇਰੈਂਟ ਦੇ ਨਾਲ, ਵੀ ਭਾਈ ਤੈਨੂੰ ਤਾਂ ਪੂਰਾ ਸੈੱਟ ਲੈਣਾ ਪੈਣਾ। ਇਹ ਸੱਚਾਈ ਹੈ ਇਸ ਗੱਲ। ਹਾਂ, ਤੈਨੂੰ ਪੂਰਾ ਸੈੱਟ ਲੈਣਾ ਪੈਣਾ। ਤੇ ਉਹ ਕਹਿੰਦਾ ਜੀ ਚੰਗਾ ਠੀਕ ਆ, ਤੁਸੀਂ ਮੈਨੂੰ ਸੈੱਟ ਦੇ ਦਿਓ, ਮੈਂ ਸਟੇਸ਼ਨਰੀ ਤਾਂ ਬਾਹਰੋਂ ਲੈ ਲਾ। ਨਾ ਜੀ ਨਾ, ਤੈਨੂੰ ਜਿਹੜੀਆਂ ਕਾਪੀਆਂ ਨੇ ਉਹ ਵੀ ਸਾਡੇ ਤੋਂ ਲੈਣੀਆਂ ਪੈਣੀਆਂ, ਵਿਚ ਇਜ਼ ਨਾਟ ਦੀ ਪਾਰਟ ਆਫ ਦੀ ਸਿਲੇਬਸ। ਇਹ ਵੀ ਸਬਰਵਾਲ ਸਾਹਿਬ ਕਿ ਤੁਸੀਂ ਸਕੂਲ 'ਚ ਨਹੀਂ ਦੇ ਸਕਦੇ, ਸਕੂਲ 'ਚ ਹੀ ਵੇਚ ਰਹੇ ਹੋ। ਨਹੀਂ, ਸਕੂਲ 'ਚ ਵੀ ਵੇਚ ਰਹੇ ਨੇ ਔਰ ਔਰ ਪਾਰਟਿਕੂਲਰ ਦੁਕਾਨ ਤੇ ਵੀ ਵੇਚ ਰਹੇ। ਹਾਂ, ਇਹਨਾਂ ਨੇ ਆਪਣੇ ਪੇਰੈਂਟਸ ਜਿਹੜੇ ਬੱਚਿਆਂ ਨੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਫਲਾਣੇ ਸਕੂਲ 'ਚੋਂ ਤੁਹਾਨੂੰ ਫਲਾਣੀ ਦੁਕਾਨ ਤੋਂ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ। ਕਿਹਨੂੰ ਕੀ ਨਹੀਂ ਪਤਾ। ਪਰ ਸਬਰਵਾਲ ਸਾਹਿਬ, ਇਹ ਤੋਂ ਬਾਅਦ ਇਹ ਵੀ ਪਤਾ ਲੱਗ ਰਿਹਾ ਸਾਨੂੰ, ਤੁਹਾਨੂੰ ਵੱਧ ਪਤਾ ਹੋਏਗਾ, ਕਿ ਕਈ ਵਾਰ ਸਕੂਲ ਕਮਿਸ਼ਨ ਤਾਂ ਪਬਲਿਸ਼ਰ ਤੋਂ ਹੀ ਲੈ ਲੈਂਦੇ ਨੇ, ਜਿਹੜੀ ਮਰਜ਼ੀ ਦੁਕਾਨ ਤੋਂ ਤੁਸੀਂ ਲੈ ਲਓ। ਜੋ ਪ੍ਰਾਈਜ਼ ਪਬਲਿਸ਼ਰ ਲਗਾਉਂਦਾ ਹੈ ਉਹਦੇ ਵਿੱਚ 50 ਤੋਂ 60% ਸਕੂਲਾਂ ਵਾਲਿਆਂ ਨੂੰ ਲੈਸ ਮਿਲਦਾ, ਲੇਕਿਨ ਸਕੂਲ ਉਹਨੂੰ MRP ਦੇ ਉੱਤੇ ਵੇਚਦੇ ਆ। ਚਾਹੇ ਉਹ ਆਪਣੇ ਸਕੂਲ ਦੀ ਪ੍ਰੈਮਿਸਿਸ ਦੇ ਵਿੱਚ ਹੀ ਕੋਈ ਕਮਰਾ ਖਾਲੀ ਕਰ ਦੇਣ, ਜਾਂ ਉਹ ਕਿਸੇ ਪਰਟੀਕੂਲਰ ਸ਼ਾਪ ਨੂੰ ਹੀ ਕਹਿ ਦੇਣ ਵੀ ਭਾਈ ਜਿੰਨੀਆਂ ਤੇਰੀਆਂ ਵਿਕਣਗੀਆਂ ਉਹਦੇ ਵਿੱਚ ਸਾਡਾ 40% ਹਿੱਸਾ ਆ ਜਾਂ 50% ਹਿੱਸਾ ਆ। ਮੈਂ ਜੋ ਗੱਲ ਕਰ ਰਿਹਾ ਮੈਂ ਔਨ ਰਿਕਾਰਡ ਕਰ ਰਿਹਾ, ਠੀਕ ਆ। ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਰਡਰ ਜਿਹੜੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਵਰਸਸ ਸਟੇਟ ਆਫ ਪੰਜਾਬ ਹੋਏ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਐਡਮਿਸ਼ਨ ਫੀਸ ਅਸੀਂ ਇੱਕੋ ਵਾਰੀ ਲੈਣੇ, ਠੀਕ ਆ। ਉਹ ਪੇਰੈਂਟਸ ਲੈ ਕੇ ਜਾਂਦੇ ਨੇ, ਉਹ ਮੰਨਦੇ ਨਹੀਂ ਪਏ ਸਕੂਲਾਂ ਵਾਲੇ। ਇਹਦਾ ਮਤਲਬ ਤਾਂ ਫਿਰ ਲੌਲੈਸ ਸਟੇਟ ਹੋ ਗਈ ਨਾ, ਉਹ ਕਾਨੂੰਨ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਅਗਲੀ ਗੱਲ ਕਰਾਂ ਤੁਹਾਡੇ ਨਾਲ, ਤੇ ਦੀ ਪ੍ਰਾਈਵੇਟ ਐਜੂਕੇਸ਼ਨ ਇੰਸਟੀਟਿਊਟ ਆਰ ਗਿਵਨ ਫਰੀडम ਆਫ ਫਿਕਸਿੰਗ ਆਫ देयर ਓਨ ਸਟਰਕਚਰ ਕੀਪਿੰਗ ਇਨ ਮਾਈਂਡ ਦੀ ਇਨਫਰਾਸਟਰਕਚਰ ਐਂਡ ਫੈਸਿਲਿਟੀਜ਼ ਅਵੇਲੇਬਲ
the regulatory body have as to ensure that while fixing the fees the institution do not indulge in the profitization ਮਤਲਬ ਸਕੂਲ ਫੀਸ ਵਧਾਵੇ ਲੇਕਿਨ ਮੋਨੀਟਰਿੰਗ ਕਮੇਟੀ ਜਿਹੜੀ ਡਿਪਟੀ ਕਮਿਸ਼ਨਰ ਔਰ ਜਿਹੜੀ ਮੈਂ ਦੱਸਿਆ ਤੁਹਾਨੂੰ ਇਹਨਾਂ ਦੀ ਬਣੀ ਆ ਉਹ ਇਨਸ਼ੋਰ ਕਰੇ ਵੀ ਇਹ ਪ੍ਰੋਫਿਟਾਈਜੇਸ਼ਨ ਦੇ ਵਿੱਚ ਇੰਡਲਜ ਤਾਂ ਨਹੀਂ ਹੋਗੇ। ਮੰਨ ਲਿਆ ਅੱਜ ਇੱਕ ਸਕੂਲ ਦੇ ਕੋਲੇ ਪੈਸਾ ਖਰਚ ਕਰਨ ਦੇ ਲਈ ਮੈਂ ਓਵਰਆਲ ਇਹਨਾਂ ਦੀਆਂ ਬੈਲੈਂਸ ਸ਼ੀਟਾਂ ਦੇਖੀਆਂ ਰਾਣਾ ਜੀ 1.5 ਤੋਂ ਲੈ ਕੇ 2.5 ਕਰੋੜ ਰੁਪਏ ਦੇ ਵਿੱਚ ਸੈਲਰੀ ਪਾਉਂਦੇ ਨੇ। ਉਸ ਤੋਂ ਬਾਅਦ 1.5-2 ਕਰੋੜ ਰੁਪਏ ਇਹਨਾਂ ਦਾ ਹੋਰ ਖਰਚਾ ਹੁੰਦਾ 4 ਕਰੋੜ ਦੇ ਵਿੱਚ ਆਪਣਾ ਘਰ ਪੂਰਾ ਕਰ ਦਿੰਦੇ। ਠੀਕ ਹੈ ਜੀ। ਹੁਣ 100 ਕਰੋੜ ਰੁਪਈਆ ਜੇ ਸਕੂਲ ਨੇ ਇਕੱਠਾ ਕਰ ਲਿਆ ਤੇ ਕੋਵਿਡ ਦੇ ਵਿੱਚ ਜਾਂ ਵਿਦਆਊਟ ਕੋਵਿਡ ਤੁਸੀਂ ਬਿਨਾਂ ਫੀਸਾਂ ਵਧਾਏ ਜਾਂ ਫ੍ਰੀ ਆਫ ਕਾਸਟ ਜਦੋਂ ਤੁਸੀਂ ਪ੍ਰੋਫਿਟਾਈਜੇਸ਼ਨ ਲੈਣੀ ਨਹੀਂ ਹੈਗੀ ਤੇ ਤੁਸੀਂ ਪੜ੍ਹਾ ਸਕਦੇ ਹੋ। ਗ੍ਰੀਨਲੈਂਡ ਸਕੂਲ ਆ ਜੀ, ਉਹ ਕਲੋਜ਼ਿੰਗ ਈਅਰ ਦੇ ਵਿੱਚ ਆਪਣੇ ਬੈਲੈਂਸ ਸ਼ੀਟ ਦੇ ਵਿੱਚ 22 ਕਰੋੜ ਰੁਪਈਆ ਕੈਸ਼ ਇਨ ਹੈਂਡ ਦਿਖਾ ਰਿਹਾ ਕਿ ਮੇਰੇ ਕੋਲੇ 22 ਕਰੋੜ ਕੈਸ਼ ਇਨ ਹੈਂਡ ਹੈ। ਤੇ ਜਦੋਂ ਪੇਰੈਂਟ ਉਹਦੇ ਕੋਲੇ ਜਾਂਦੇ ਨੇ ਉਹ ਕਹਿੰਦਾ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਤਨਖਾਹ ਦੇਣ ਜੋਗੇ। ਅਰੇ ਮੈਂ ਕਹਿੰਦਾ ਪਾਸੇ ਤੁਸੀਂ ਔਨ ਰਿਕਾਰਡ ਕਹਿ ਰਹੇ ਲੁਧਿਆਣੇ ਦੇ 15 ਬੈਂਕ ਇਕੱਠੇ ਕਰ ਲਓ, ਤੁਸੀਂ 22 ਕਰੋੜ ਰੁਪਈਆ 15 ਬੈਂਕਾਂ ਦੀਆਂ ਬ੍ਰਾਂਚਾਂ 'ਚ ਮੈਨੂੰ ਇਕੱਠਾ ਕਰਕੇ ਦਿਖਾ ਦਿਓ। ਐਸੀ ਕਿਹੜੀ ਤਿਜੋਰੀ ਉਸ ਬੰਦੇ ਨੇ ਲਾਈ ਹੋਈ ਆ ਜਿਹਦੇ ਵਿੱਚ 22 ਕਰੋੜ ਰੁਪਈਆ ਰੱਖਿਆ ਹੋਇਆ ਵੀ ਜੇ ਤੇਰੇ ਕੋਲ 22 ਕਰੋੜ ਕੈਸ਼ ਇਨ ਹੈਂਡ ਹੈ ਦੈਨ ਵਾਈ ਯੂ ਆਰ ਆਸਕਿੰਗ ਫॉर ਦੀ ਫੀਸ। ਮਤਲਬ ਇਹ ਤੁਸੀਂ ਕੀ ਕਹਿੰਦੇ ਹੋ ਕਿ ਸਰਕਾਰ ਬਦਲ ਜੂਗੀ। ਚਲੋ ਮੈਂ ਹੁਣ 3-4 MLAs ਦੇ ਨਾਮ ਨਹੀਂ ਲੈਣੇ, ਗਏ ਤਾਂ ਇੱਧਰੋਂ ਹੀ ਨੇ ਨਾ, ਇਹ ਕਿਹੜਾ ਕੋਈ ਮਤਲਬ ਉਹ ਹੋ ਗਏ ਨੇ। ਤੇ ਇਹਨਾਂ ਨੇ ਬੋਲਣਾ ਨਹੀਂ ਹੈਗਾ, ਇਹ ਸਿਰਫ ਡਰਾਮੇਬਾਜ਼ੀ ਜ਼ਰੂਰ ਇਹਨਾਂ ਨੇ ਕਰਨੀ ਹੈਗੀ ਆ। ਤੇ ਮੈਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ। ਮੈਂ ਡਿਪਟੀ ਕਮਿਸ਼ਨਰ ਦੀ ਔਰ ਜ਼ਿਲ੍ਹਾ ਸਿੱਖਿਆ ਅਫਸਰ ਦੀ ਰਿਟਨ 'ਚ ਕੰਪਲੇਂਟ ਕੀਤੀ ਆ ਵੀ ਇਹਨਾਂ ਬੰਦਿਆਂ ਦੇ ਖਿਲਾਫ ਪਹਿਲਾਂ ਤਾਂ ਮੈਂ ਇਹਨਾਂ ਨੂੰ 29 ਸਤੰਬਰ 2021 ਨੂੰ ਧਰਨਾ ਦੇ ਕੇ ਇਹਨਾਂ ਨੂੰ ਕਿਹਾ ਵੀ ਮੇਰੀਆਂ 8 ਕੰਪਲੇਂਟਾਂ ਡਿਸਾਈਡ। ਜਦੋਂ 6 ਮਹੀਨੇ 'ਚ ਮੇਰੀਆਂ ਕੰਪਲੇਂਟਾਂ ਡਿਸਾਈਡ ਨਹੀਂ ਹੋਈਆਂ ਦੈਨ ਮੈਂ ਹੁਣ ਇਹਨਾਂ ਡਿਪਟੀ ਕਮਿਸ਼ਨਰ ਤੇ ਡੀਓ ਦੇ ਅਗੇਂਸਟ ਚਿੱਠੀ ਲਿਖੀ ਆ ਵੀ ਤੁਸੀਂ ਇਹਨਾਂ ਕੋਲੋਂ ਐਕਸਪਲੇਨੇਸ਼ਨ ਸੌਰਟ ਕਰੋ ਵੀ ਇਹ ਪ੍ਰਾਈਵੇਟ ਸਕੂਲਾਂ ਸਾਥ ਕਿਉਂ ਦੇ ਰਹੇ ਨੇ, ਕਿਉਂ ਇਹ ਪਾਵਰ ਹੋਣ ਦੇ ਬਾਵਜੂਦ ਤੁਸੀਂ ਚੈਕਿੰਗ ਨਹੀਂ ਕਰ ਰਹੇ। ਹਾਂ ਦੇਖੋ ਪੇਰੈਂਟਸ ਤੇ ਬਸ 'ਚ ਨਹੀਂ ਹੈ ਕਿ ਉਹ ਲਾਅ ਪੁਆਇੰਟ ਨੂੰ ਪਕੜ ਕੇ ਕੰਪਲੇਂਟ ਕਰਨ, ਹਰ ਬੰਦਾ ਨਹੀਂ ਕਰ ਸਕਦਾ। ਅਸੀਂ ਦੇ ਰਹੇ ਹਾਂ ਰੀਪ੍ਰੈਜ਼ੈਂਟੇਸ਼ਨਸ, ਉਹ ਰੀਪ੍ਰੈਜ਼ੈਂਟੇਸ਼ਨਸ ਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਉਂਦੇ ਹਾਂ, ਲੇਕਿਨ ਉਹ ਜਦੋਂ ਉਹ ਰੀਪ੍ਰੈਜ਼ੈਂਟੇਸ਼ਨਸ ਨੂੰ ਲੈ ਕੇ ਜਾਂਦੇ ਨੇ ਸਕੂਲਾਂ ਦੇ ਵਿੱਚ, ਸਕੂਲਾਂ ਵਾਲੇ ਉਹਨਾਂ ਨਾਲ ਬਦਤਮੀਜ਼ੀ ਕਰਦੇ ਨੇ, ਪੁੱਠਾ ਬੋਲ ਅੰਦਰ ਨਹੀਂ ਵੜਨ ਦਿੰਦੇ ਹੈਗੇ, ਉਹਨਾਂ ਨੂੰ ਟਾਈਮ ਨਹੀਂ ਦਿੰਦੇ, ਉਹਨਾਂ ਨੂੰ ਐ ਕੀਤਾ ਜਾਂਦਾ ਵੀ ਅਸੀਂ ਤੁਹਾਡੇ ਬੱਚੇ ਦਾ ਫਿਊਚਰ ਹੀ ਖਰਾਬ ਕਰ ਦੇਣਾ ਆ। ਮੈਂ ਕੁਝ ਆਫ ਦੀ ਰਿਕਾਰਡ, ਹਜੇ ਮੈਂ ਔਨ ਰਿਕਾਰਡ ਨਹੀਂ ਆਇਆ, ਮੈਂ ਕੁਝ ਇੱਕ ਸਕੂਲਾਂ ਦੀਆਂ ਐਨੂਅਲ ਪ੍ਰਾਪਰਟੀ ਰਿਟਰਨਾਂ ਕਢਾਈ। ਕੋਈ 28,000 ਰੁਪਈਆ ਭਰ ਰਿਹਾ ਟੈਕਸ ਸਾਲ ਦਾ, ਕੋਈ 30,000 ਰੁਪਈਆ ਭਰ ਰਿਹਾ, ਜਦ ਕਿ ਤਾਂ ਲੱਖਾਂ ਰੁਪਈਆ ਟੈਕਸ। ਇਹ ਤਾਂ ਪ੍ਰਾਪਰਟੀ ਟੈਕਸ ਦੇ ਵਿੱਚ ਬਹੁਤ ਵੱਡੀ ਕਨਸੀਵਮੈਂਟ ਹੋ ਰਹੀ ਹੈ ਜਿਹੜੀ ਅਗਲੀ ਕੰਪਲੇਂਟ ਹੈਗੀ ਹੈ ਮੇਰੀ। ਮਤਲਬ ਇੱਕ ਜਿਹੜੀ ਮੈਂ ਕੰਪਲੇਂਟ 28 ਦੇਖੋ ਆਹ ਲੈਟਰਸ ਉਹ ਨੇ ਜਿਹੜੀਆਂ ਦਫ਼ਤਰ ਡਾਇਰੈਕਟਰ ਨੇ ਕੀਤੀ ਆ। ਠੀਕ ਆ, ਬਾਰ-ਬਾਰ ਚਿੱਠੀਆਂ ਆ ਰਹੀਆਂ ਨੇ। ਆ ਜ਼ਿਲ੍ਹਾ ਸਿੱਖਿਆ ਅਫਸਰ ਨੇ ਈਵਨ ਇਹਨਾਂ ਸਕੂਲਸ ਦੇ ਖਿਲਾਫ ਇੱਕ ਨਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਫਾਰਮ ABCD ਹੁੰਦਾ ਜੀ, ਉਹ ਖਰਚੇ ਦਾ ਬਿਊਰਾ ਹੁੰਦਾ, ਉਹ ਵੀ ਇਹਨਾਂ ਨੇ ਵੈਬਸਾਈਟ ਤੇ ਪਾਉਣਾ। ਜੋ ਉਹ ਨਹੀਂ ਪਾਇਆ ਉਹ 25 ਸਕੂਲਾਂ ਦੇ ਅਗੇਂਸਟ ਕੰਪਲੇਂਟ ਕੀਤੀ। ਤਾਂ ਇਹਨਾਂ ਨੇ ਕਾਨੂੰਨ ਹੈਗੇ ਨੇ, ਇੰਪਲੀਮੈਂਟ ਨਹੀਂ ਹੋ ਰਹੇ ਹੈਗੇ, ਨਾ ਕੋਈ ਇੰਪਲੀਮੈਂਟ ਕਰਾ ਰਿਹਾ। ਸੱਭਰਵਾਲ ਸਾਹਿਬ ਬਸ ਇਹੀ ਸਵਾਲ ਹੈ, ਸਰਕਾਰ ਨੇ ਕਰਾਉਣੇ ਨੇ, ਡਿਪਟੀ ਕਮਿਸ਼ਨਰ ਨੇ ਕਰਾਉਣੇ ਨੇ, ਜਿਹੜੇ ਚੇਅਰਮੈਨ ਨੇ ਕਮੇਟੀ ਦੇ ਉਹਨਾਂ ਨੇ ਕਰਾਉਣੇ ਨੇ। ਇਹ ਬੇਈਮਾਨ ਨੇ ਨਾ ਜੀ, ਮੇਰੀ ਗੱਲ ਸੁਣੋ, ਬੇਈਮਾਨ ਨੇ। ਮਤਲਬ ਸਵਾਲ ਇਹ ਹੈ ਵੀ ਇਫ ਯੂ ਆਰ ਏ ਓਨੈਸਟ ਪਰਸਨ, ਤੁਸੀਂ ਲਿਖ ਕੇ ਦੇ ਦਿਓ ਵੀ ਮੈਂ ਮੇਰੇ ਹੁੰਦੇ ਗਲਤ ਕੰਮ ਨਹੀਂ ਹੋ ਸਕਦਾ, ਬਾਕੀ ਜਿਹੜਾ ਕਰਦਾ ਉਹ ਤੋਂ ਕਰਵਾ ਲਓ, ਮੈਂ ਤਾਂ ਨਹੀਂ ਹੋਣ ਦੇ ਸਕਦਾ। ਅੱਜ ਤੱਕ ਜਿਹੜੀ ਆਪਨੇ ਵੀ ਗੱਲ ਕੀਤੀ, ਇਹਨੂੰ ਕਹਿੰਦੇ ਸੈਕਸ਼ਨ 7 ਸਬ ਕਲਾਸ 5 ਸਬ ਕਲਾਸ 4 ਆਫ ਦੀ ਪ੍ਰਾਈਵੇਟ ਸਕੂਲ ਬੀਇੰਗ ਰਨ, ਇਹ ਜਿਹੜੀ ਫੀਸ ਐਕਟ ਹੈ ਜਿਹਦੇ ਵਿੱਚ 100% ਐਡਮਿਸ਼ਨਾਂ ਜਿਹੜੀਆਂ ਨੇ ਡਰਾਅ ਦੇ ਤਹਿਤ ਦੇਣੀਆਂ। ਸ਼ਹਿਰ ਦੇ ਵਿੱਚ ਮੈਂ ਵੀ ਜੰਮਿਆ ਪਲਿਆ, ਤੁਸੀਂ ਵੀ ਜੰਮੇ ਪਲੇ ਹੋ, ਤੁਸੀਂ ਕਿਸੇ ਨੂੰ ਡਰਾਅ ਦੇ ਤਹਿਤ ਐਡਮਿਸ਼ਨਾਂ ਦਿੰਦੇ ਦੇਖਿਆ? ਉਹੀ ਸਿਫਾਰਿਸ਼ਾਂ, ਉਹੀ ਸਿਫਾਰਿਸ਼ਾਂ, ਉਹੀ ਪੈਸਾ, ਉਹੀ ਫੰਡ, ਉਹੀ ਬਲੈਕਮੇਲਿੰਗ ਪੇਰੈਂਟਸ ਵੀ ਦੇਈ ਜਾਂਦੇ ਪਏ ਨੇ। ਤਾਂ ਮਤਲਬ ਇਹਦੇ ਵਿੱਚ ਥੋੜ੍ਹੀ ਜਿਹੀ ਹਾਂ ਪੇਰੈਂਟਸ ਦੇ ਸਹਿਯੋਗ ਦੀ ਕਮੀ ਜ਼ਰੂਰ ਹੈਗੀ ਆ। ਉਹਦੇ 2 ਰੀਜ਼ਨ ਹੋ ਸਕਦੇ ਆ, ਜਾਂ ਤਾਂ ਉਹ ਡਰਦੇ ਨੇ ਤੇ ਜਾਂ ਉਹ ਲੜਨਾ ਨਹੀਂ ਚਾਹੁੰਦੇ। ਠੀਕ ਹੈ ਨਾ, ਮਤਲਬ ਵੀ ਉਹ ਇਸ ਗੱਲ ਡਰਦੇ ਵੀ ਸਾਡੇ ਬੱਚੇ ਦਾ ਭਵਿੱਖ ਖਰਾਬ ਹੋ ਜਾਊਗਾ। ਲੇਕਿਨ ਕਈ ਬੰਦੇ ਹੈਗੇ ਆ ਉਹ ਬੜੀ ਡੇਅਰਨੈਸ ਦੇ ਨਾਲ ਇਸ ਚੀਜ਼ ਨੂੰ ਚੱਕਦੇ ਪਏ ਆ। ਇੱਕ ਗੱਲ ਦੇ 5 ਵਾਰੀ ਆਰਡਰ ਕਰਵਾ ਲਏ, ਇੱਕ ਗੱਲ ਦੇ 5 ਵਾਰੀ ਆਰਡਰ ਕਰਵਾ ਲਏ, ਕਿੰਨੀ ਵਾਰੀ ਹੋਰ ਆਰਡਰ। ਚਲੋ ਸੱਭਰਵਾਲ ਸਾਹਿਬ, ਜੇ ਬਾਈਂਡ ਅਪ ਕਰੀਏ ਇਸ ਗੱਲ ਨੂੰ, ਤਾਂ ਹੁਣ ਭਗਵੰਤ ਮਾਨ ਹੋਰੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਹੜੇ ਸਟੈਪਸ ਲੈ ਲਵੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਕਿ ਨੈਕਸਸ ਹੈ ਖਤਮ ਹੋ ਜਾਵੇ, ਇਹ ਕਰੋੜਾਂ ਰੁਪਏ ਲੋਕਾਂ ਦੀਆਂ ਜਿਹੜੀਆਂ ਜੇਬਾਂ ਚੋਂ ਕਢਵਾਏ ਜਾ ਰਹੇ ਨੇ ਆਪਣੇ ਪ੍ਰੋਫਿਟ ਦੇ ਲਈ ਸਕੂਲਾਂ ਵਾਲਿਆਂ ਵੱਲੋਂ, ਉਹ ਰੁਕ ਜਾਵੇ?
3 ਚੀਜ਼ਾਂ ਇੰਪਲੀਮੈਂਟ ਕਰਾ ਦੇ ਜੀ। ਇੱਕ ਤਾਂ ਐਡਮਿਸ਼ਨਾਂ ਦਾ ਪ੍ਰੋਸੈਸ ਹੈ ਉਹਨੂੰ ਫੇਅਰ ਕਰ ਦੇਵੇ ਵੀ ਕਿਸੇ ਪੇਰੈਂਟਸ ਨੂੰ ਐਸ ਪਰ ਐਕਟ ਸਕੂਲ ਨਹੀਂ ਮਿਲਾਇਆ ਜਾਊਗਾ, ਕਿਸੇ ਬੱਚੇ ਨੂੰ ਸਕੂਲ ਨਹੀਂ ਮਿਲਾਇਆ ਜਾਊਗਾ। ਔਨ ਮੈਰਿਟਸ ਐਡਮਿਸ਼ਨ ਹੋਊਗੀ ਡਰਾ ਦੇ ਤਹਿਤ, ਪਹਿਲਾ। ਦੂਜਾ, ਇਹਨਾਂ ਦੀਆਂ ਬੈਲੈਂਸ ਸ਼ੀਟਾਂ ਸਾਰੀਆਂ ਦੀਆਂ ਸਾਰੀਆਂ ਇਹਨਾਂ ਦੇ ਵੈਬਸਾਈਟ ਦੇ ਉੱਤੇ ਪਾਉਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿੰਨੀ ਪ੍ਰੋਫਿਟਾਈਜੇਸ਼ਨ ਦੇ ਵਿੱਚ ਇੰਡਲਜ ਨੇ। ਤੀਜੀਆਂ ਜਿਹੜੀਆਂ ਕਮਰਸ਼ੀਅਲ ਐਕਟੀਵਿਟੀਆਂ ਕਰਦੀਆਂ ਨੇ, ਸਰਕਾਰਾਂ ਕੋਲੇ ਤਾਂ ਇੰਟੈਲੀਜੈਂਸ ਏਜੰਸੀਆਂ ਵੀ ਹੈਗੀਆਂ, ਠੀਕ ਹੈ। ਮੰਨ ਲਓ ਕੋਈ ਡੀਓ ਲਿਖ ਕੇ ਐਮਐਲਏ ਸਾਹਿਬਾਨ ਹੀ ਦੇ ਦੇਣ ਵੀ ਇਹ ਬੰਦਾ ਫਲਾਣੀ ਦੁਕਾਨ ਤੋਂ ਵਰਦੀਆਂ ਤੇ ਸਕੂਲ ਕਰਨ ਲਈ ਕਹਿ ਰਿਹਾ, ਕਿਤਾਬਾਂ ਖਰੀਦਣ ਲਈ ਕਹਿ ਰਿਹਾ, ਤੇ ਇੱਕ ਇਹਦੇ ਤੇ ਨੱਥ ਪਾਣੀ ਚਾਹੀਦੀ ਆ। ਜਿੱਥੇ ਤੱਕ ਰਹੀ ਫੀਸਾਂ ਦੀ ਗੱਲ, ਫੀਸਾਂ ਦੀ ਗੱਲ ਇਜ਼ ਸਬਜੈਕਟ ਟੂ ਦੀ ਐਕਸਪੈਂਡੀਚਰ ਆਫ ਦੀ ਸਕੂਲ ਆ। ਜੇ ਸਕੂਲ ਘਾਟੇ 'ਚ ਆ ਉਹ ਫੀਸ ਵਧਾ ਲਵੇ, ਤੇ ਜੇ ਉਹ ਕਮਾਈ 10 ਕਰੋੜ ਰੁਪਈਆ ਰਿਹਾ ਆ ਉਹ ਫਿਰ ਤਾਂ ਉਲਟਾ ਉਹਨੂੰ ਫੀਸ ਘਟਾਉਣੀ ਪੈਣੀ ਹੈ ਜਾਂ ਫ੍ਰੀ ਐਜੂਕੇਸ਼ਨ ਦੇਣੀ ਪੈਣੀ ਹੈ। ਇੱਕ ਗੱਲ ਤਾਂ ਕਰਨੀ ਪੈਣੀ ਹੈ ਨਾ ਜੀ। ਹੁਣ ਵੀ ਸਕੂਲਾਂ ਵਾਲੇ ਕਹਿ ਰਹੇ ਆ ਜੀ ਅਸੀਂ ਵਧਾਵਾਂਗੇ, ਅਸੀਂ ਫਲਾਣਾ ਕਰਾਂਗੇ। ਇਟ ਮੀਨਸ ਉਹ ਗੌਰਮੈਂਟ ਦੇ ਨਾਲ ਟੱਕਰ ਲੈ ਰਹੇ ਆ, ਮੈਨੂੰ ਟਿੱਚ ਜਾਣਦੇ ਪਏ। ਇਹਦਾ ਮਤਲਬ ਤਾਂ ਇਹੀ ਹੈਗਾ ਆ। 3 ਚੀਜ਼ਾਂ ਦੇ ਵਿੱਚ ਇਹ ਥੋੜਾ ਜਿਹਾ ਪ੍ਰਭਾਵ ਕਾਇਮ ਕਰ ਦੇਣ ਤਾਂ ਯਕੀਨ ਮੰਨੋ ਕਿ 80-90% ਸਮੱਸਿਆ ਜਿਹੜੀ ਆ ਹੱਲ ਹੋ ਜਾਊਗੀ ਇਹਦੇ ਵਿੱਚ। ਮੈਂ ਪਿੱਛੇ ਜੇ ਆਰਟੀਆਈ ਐਪਲੀਕੇਸ਼ਨ ਪਾਈ ਵੀ 2017 ਤੋਂ ਲੈ ਕੇ 2021 ਤੱਕ ਕਿੰਨੇ ਪ੍ਰਾਈਵੇਟ ਸਕੂਲ ਪ੍ਰਾਇਮਰੀ ਬੰਦ ਹੋ ਗਏ ਤੇ ਕਿੰਨੇ ਨਵੇਂ ਖੁੱਲੇ, ਕਿਉਂਕਿ ਅਸੀਂ ਦੇਖਦੇ ਸੀਗੇ ਵੀ ਚੰਨੀ ਸਾਹਿਬ ਨੇ ਥਾਂ ਪੋਸਟਰ ਲਾ ਤੇ ਸਮਾਰਟ ਸਕੂਲ ਬਣਾ ਰਹੇ ਆ। ਤੁਸੀਂ ਯਕੀਨ ਮੰਨੋ 81 ਸਕੂਲ ਤਾਂ ਇਹਨਾਂ ਨੇ ਨਵੇਂ ਖੋਲੇ ਆ, 165 ਬੰਦ ਹੋ ਗਏ। ਬਿਲਕੁਲ ਇਹ ਦੇਖੀ ਇਹ ਚੀਜ਼ ਸਰਕਾਰਾਂ ਕਿਉਂ ਨਹੀਂ ਦੱਸਦੀਆਂ ਪਈਆਂ? ਮੇਰੀ ਇੱਕ ਗੱਲ ਦੱਸੋ ਲੋਕਾਂ ਨੂੰ ਵੀ ਇਹਨਾਂ ਦੀ ਐਡੀਆਂ ਵੱਡੀਆਂ ਨਲਾਇਕੀਆਂ ਨੇ। ਤੋ ਇਹ ਮਤਲਬ ਇਸ਼ੂ ਜਿਹੜੇ ਨੇ ਬੜੇ ਸੈਂਸਿਟਿਵ ਨੇ ਪੇਰੈਂਟਸ ਨੂੰ। ਇਹ ਜਿਹੜੀ ਹੁਣ ਗੱਲ ਹੋ ਰਹੀ ਹੈ ਕਿ ਅਸੀਂ ਦਿੱਲੀ ਵਰਗੇ ਸਕੂਲ ਪੰਜਾਬ 'ਚ ਬਣਾਉਣੇ ਨੇ, ਕਿਵੇਂ ਬਣ ਸਕਦੇ ਨੇ ਫਿਰ ਉਹ? ਦਿੱਲੀ ਵਰਗੇ ਸਕੂਲ ਪੰਜਾਬ ਦੇ ਵਿੱਚ ਬਣਾਉਣੇ ਨੇ, ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਰਟੀਫਿਕੇਟ ਬਾਹਰਲੇ ਪਾਸੇ ਮੰਨਦੇ ਨੇ ਕਿ ਨਹੀਂ ਮੰਨਦੇ? ਤੁਸੀਂ ਬਣਾ ਦਿਓਗੇ। ਪਹਿਲਾਂ ਤਾਂ ਤੁਹਾਨੂੰ ਆਪਣੀ ਇੱਦਾਂ ਹੁੰਦਾ ਨਾ, ਜਦੋਂ ਕਿਸੇ ਦੇ ਘਰ ਕੋਈ ਰਿਸ਼ਤਾ ਨਹੀਂ ਚੜ੍ਹਦਾ ਹੁੰਦਾ, ਉਹ ਇਸ ਕਰਕੇ ਨਹੀਂ ਚੜ੍ਹਦਾ, ਉਹਦੀ ਰੈਪੂਟੇਸ਼ਨ ਬੜੀ ਮਾੜੀ ਹੁੰਦੀ ਆ ਬਾਜ਼ਾਰ ਦੇ ਵਿੱਚ। ਇਹ ਸ਼ਰਾਬੀ ਕਬਾਬੀ ਹੈ ਜਾਂ ਬੈਲੀ ਬੈਬੀ ਹੈ, ਕੁੱਟੂਗਾ। ਅਤੇ ਹਜੇ ਤਾਂ ਫਿਲਹਾਲ ਇਹਨਾਂ ਦੇ ਸਕੂਲ ਐਜੂਕੇਸ਼ਨ ਦੀ ਜਿਹੜੀ ਰੈਪੂਟੇਸ਼ਨ ਹੈ ਕੁਛ ਇੱਦਾਂ ਦੀ ਹੋਈ ਹੈ ਵੀ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਚਲਾ ਕੇ ਮਾਰਦੀਆਂ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਹੀਂ ਸਾਡੇ ਕੋਲੇ ਨਹੀਂ ਆਉਣਾ। ਤਾਂ ਮੰਨ ਲਓ ਬੱਚੇ ਨੂੰ ਕੱਲ੍ਹ ਨੂੰ ਓਪਰਚੁਨਿਟੀ ਮਿਲਦੀ ਆ ਪੜ੍ਹਨ ਦੀ ਜਾਂ ਉੱਥੇ ਜਾ ਕੇ ਜੋਬ ਕਰਨ ਦੀ, ਅਤੇ ਜੇ ਉਹ ਸਰਟੀਫਿਕੇਟ ਵੈਲਿਡ ਹੀ ਨਹੀਂ ਹੋਣਗੇ ਅਤੇ ਫਿਰ ਉਹ ਤਾਂ ਫਿਰ ਉਹੀ ਫਿਰ ਜਿੱਥੇ ਜੋਗਾ ਹੈਗਾ ਉੱਥੇ ਜੋਗਾ ਹੀ ਰਹਿ ਗਿਆ। ਚਲੋ ਬਹੁਤ ਧੰਨਵਾਦ ਰੋਹਿਤ ਸੱਭਰਵਾਲ ਜੀ ਗੱਲਬਾਤ ਕਰਨ ਦੇ ਲਈ। ਤਾਂ ਰੋਹਿਤ ਸੱਭਰਵਾਲ ਹੋਰੀ ਆਰਟੀਆਈ ਐਕਟਿਵਿਸਟ ਨੇ, ਲਗਾਤਾਰ ਇਹ ਜਿਹੜੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਖਿਲਾਫ ਲੜਾਈ ਲੜ ਰਹੇ ਨੇ। ਤੇ ਹੁਣ ਇੱਕ ਆਸ ਜ਼ਰੂਰ ਬੱਝੀ ਹੈ, ਜੇ ਭਗਵੰਤ ਮਾਨ ਹੋਰਾਂ ਨੇ ਇਹ ਐਲਾਨ ਕੀਤਾ ਸੀਐਮ ਪੰਜਾਬ ਨੇ, ਤਾਂ ਜ਼ਰੂਰ ਉਹ ਗਰਾਊਂਡ ਲੈਵਲ ਤੇ ਇੰਪਲੀਮੈਂਟ ਹੋਵੇ ਤੇ ਜਿਹੜੇ ਸਰਕਾਰੀ ਅਫਸਰ ਖਾਸ ਕਰ ਡਿਪਟੀ ਕਮਿਸ਼ਨਰ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ, DEO ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਆਪਣੀ ਓਨੈਸਟੀ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਕਬੂਲਣ ਤੇ ਇਸ ਗੋਰਖ ਧੰਦੇ ਨੂੰ, ਇਸ ਨੈਕਸਸ ਨੂੰ ਤੋੜਨ ਦਾ ਯਤਨ ਕਰਨ। ਦੇਖਣਾ ਹੋਏਗਾ ਜਿਹੜੀਆਂ ਇਹ ਗਰਾਊਂਡ ਲੈਵਲ ਤੇ ਇੰਪਲੀਮੈਂਟੇਸ਼ਨਸ ਨੇ ਕਿੰਨੀਆਂ ਕੁ ਲਾਗੂ ਹੁੰਦੀਆਂ ਨੇ। ਫਿਲਹਾਲ ਤੁਸੀਂ ਵੀ ਜ਼ਰੂਰ ਸੋਚੋ। ਇਸ ਪੇਸ਼ਕਸ਼ 'ਚ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।